सत श्री अकाल जी बेटा सारिਆਂ ਨੂੰ ਵੈਲਕਮ ਟੂ ਆਲ ਆਫ ਯੂ ਲਿਮਿਟਲੈਸ ਲਰਨਿੰਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੇਟੇ। ਅੱਜ ਦਾ ਆਪਣਾ ਰੀਜ਼ਨਿੰਗ ਦੀ ਕਲਾਸ ਹੋਏਗੀ ਬੇਟੇ ਔਰ ਇਸ ਦਾ ਟੌਪਿਕ ਹੋਏਗਾ ਤੁਹਾਡਾ ਡਾਈਸ। ਦੈਟ ਇਜ਼ ਵੈਰੀ ਇੰਪੋਰਟੈਂਟ ਐਂਡ ਇੰਟਰਸਟਿੰਗ ਟੌਪਿਕ ਐਂਡ ਆਈ ਪ੍ਰੋਮਿਸ ਟੂ ਆਲ ਆਫ ਯੂ ਬੱਚੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਡਾਈਸ ਦੇ ਨਾਲ ਰਿਲੇਟਡ ਕੁਐਸਚਨਸ ਦੇ ਵਿੱਚ ਕਦੀ ਕੋਈ ਪ੍ਰੋਬਲਮ ਨਹੀਂ ਹੋਏਗੀ। ਤੁਸੀਂ ਜਸਟ ਵੀਡੀਓ ਨੂੰ ਦੇਖੋਗੇ ਔਰ ਆਪਣੇ ਕੁਐਸਚਨਸ ਹਰ ਐਗਜ਼ਾਮ ਦੇ ਵਿੱਚ ਜਿਹੜੇ ਅੱਖਾਂ ਬੰਦ ਕਰਕੇ ਕਰ ਲਵੋਗੇ ਔਰ 1 ਤੋਂ 2 ਸਵਾਲ ਬੇਟੇ ਰੀਜ਼ਨਿੰਗ ਦੇ ਇਹ टॉपिक दे विच जिहड़े ने वो आंदे ही आंदे ने हर पेपर दे विच। सो लैट्स स्टार्ट द चैप्टर बच्चे आपां स्टार्ट करते हैं अज दी अपनी क्लास जी। सब तो पहला बेटा डाइस दे नाल रिलेटेड तुसी थोड़ा जिहा जिहड़ा ध्यान दो कि हुंदा की इस तरीके नाल तुहानूं एक दे दित्ती जांदी है बेटे, ठीक है। पिक्चरां दित्तियां जांदियां ने दो इस तरीके नाल 2 ਜਾਂ 3 ਜਾਂ 4 पोजीशन दित्तियां हुंदियां ने एक ही डाइस दियां। डाइस जिहड़ा तुसीं लूडो वगैरह खेडदे हो उहदे विच हुंदा है जिहदे ते 1 ਤੋਂ ਲੈ ਕੇ 6 तक जिहड़े ने उस दियां 6 ਜਿਹੜੀਆਂ ਸਾਈਡਸ ਨੇ फेस ਹੁੰਦੇ ਨੇ ਉਹਨਾਂ ਤੇ ਨੰਬਰਿੰਗ ਕੀਤੀ ਜਾਂਦੀ ਹੈ ਬੱਚੇ। ਜਨਰਲੀ ਡਾइस बेटा ਹੁੰਦੇ ਨੇ ਤੁਹਾਡੇ ਦੋ ਤਰ੍ਹਾਂ ਦੇ। स्टैंडर्डाइज ਦੀ प्रॉपर्टी ਕੀ ਹੈ? सम ऑफ ऑपोजिट साइज इज ऑलवेज साइड्स ਦਾ ਜਿਹੜਾ ਸਮ ਹੁੰਦਾ ਹੈ ऑलवेज ਕਿੰਨਾ ਹੁੰਦਾ ਹੈ ਜੀ 7। मतलब ਕੀ ਹੋ ਗਿਆ ਇਸ ਦਾ मतलब ਇਹ ਹੈ ਕਿ ਜੇ ਉੱਪਰਲੇ ਫੇਸ ਵੱਲ ਤੁਹਾਨੂੰ 1 ਦਿਖਾਈ ਦੇ ਰਿਹਾ ਹੈ ਤਾਂ ਇਸ ਦੇ ਬਿਲਕੁਲ ਆਪੋਜ਼ਿਟ ਫੇਸ ਤੇ ਕੀ ਹੋਏਗਾ 6। ਇੱਕ ਦੂਸਰੇ ਦੇ ਉਲਟਾ ਆਪੋਜ਼ਿਟ मतलब ਇੱਧਰ 1 ਹੋਏਗਾ, ਠੀਕ ਹੈ, ਔਰ ਦੂਸਰੀ ਸਾਈਡ ਜਿਹੜਾ ਹੈ ਉਹ ਕੀ ਹੋਏਗਾ 6 ਹੋਏਗਾ। ਦੇਖੋ ਇਹ 3 ਉੱਪਰ ਆ ਰਿਹਾ ਹੈ ਤਾਂ 3 ਦੇ ਨੀਚੇ ਜਿਹੜੀ ਇਹ ਨੀਚੇ ਵਾਲੀ ਸਾਈਡ ਹੈ ਤੁਹਾਡੀ ਜਿਹੜੀ ਸਾਨੂੰ ਦਿਖਾਈ ਨਹੀਂ ਦੇ ਰਹੀ ਉੱਥੇ ਕੀ ਹੋਏਗਾ 4। ਕਿਉਂ? ਕਿਉਂਕਿ ਜਿਹੜਾ ਤੁਹਾਡਾ ਸਟੈਂਡਰਡਾਈਜ਼ ਹੈ ਉਸ ਦੀਆਂ ਆਪੋਜ਼ਿਟ ਸਾਈਡ ਦਾ ਸਮ ਹਮੇਸ਼ਾ ਕਿੰਨਾ ਹੁੰਦਾ ਹੈ ਬੇਟਾ 7। ਆਈ ਹੋਪ ਕਿ ਤੁਹਾਨੂੰ ਗੱਲ ਕਲੀਅਰ ਹੋਈ ਹੋਏਗੀ ਬੇਟਾ। ਹੁਣ ਲੈਵਲ 1 ਦੇ ਕੁਐਸਚਨ ਜਿਹੜੇ ਨੇ ਇੱਥੋਂ ਹੀ ਬਣਾਉਂਦਾ ਹੈ ਸਟੈਂਡਰਡਾਈਜ਼ ਤੋਂ। ਇੱਕ ਸਿੰਪਲ ਜੀ ਇਕੁਏਸ਼ਨ ਦੇ ਦੇਗੀ ਇਹਨਾਂ ਸਟੈਂਡਰਡਾਈਜ਼ ਵੀ ਸਟੈਂਡਰਡਾਈਜ਼ ਜਿਹੜਾ ਉਸਨੂੰ ਥਰੋ ਕੀਤਾ ਗਿਆ, ਠੀਕ ਹੈ, ਔਰ ਇੱਕ ਤੁਹਾਨੂੰ ਦੇ ਦੇਗਾ ਉਸ ਦੀ ਇਸ ਤਰ੍ਹਾਂ ਨਾਲ ਇੱਕ ਇਲਸਟ੍ਰੇਸ਼ਨ ਦੇ ਦੇਗਾ ਔਰ ਪੁੱਛ ਲਏਗਾ ਕਿ ਹਾਂਜੀ 1 ਦੇ ਆਪੋਜ਼ਿਟ ਜਿਹੜਾ ਕਿਹੜਾ ਆ ਜਾਏਗਾ ਤਾਂ 1 ਦੇ ਆਪੋਜ਼ਿਟ 6 ਹੁੰਦਾ ਹੈ। ਸਾਨੂੰ ਇਹ ਚੀਜ਼ ਯਾਦ ਰੱਖਣੀ ਹੈ ਤੁਸੀਂ ਸਿਰਫ ਇਹ ਵਾਲੀ ਕਿ ਉਸ ਦਾ ਸਮ ਹੈ ਜਿਹੜਾ ਆਪੋਜ਼ਿਟ ਸਾਈਡਸ ਦਾ ਉਹ 7 ਹੁੰਦਾ ਹੈ ਜੀ। ਤਾਂ ਸਵਾਲ ਤੁਸੀਂ ਉਹਨੂੰ ਜਿਹੜਾ ਸੋਲਵ ਕਰ ਲਵੋਗੇ। अगर उसने पूछ लिया कि इधर 1 दिखाई दे रहा है तो उसके ओपोजिट साइड की होएगा दैन 6 आ जाएगा बेटा। 2 के ओपोजिट जो 5 हो जाता है जी। 3 के ओपोजिट जो 4 हो जाता है। इस प्रॉपर्टी नूं तुसीं याद रखना है, लेकिन इत्थों क्वेश्चन बहुत घट आते हैं। अगर क्वेश्चन आ जाए तो तुसीं इस प्रॉपर्टी नाल उहनूं करना है। यह वाला केस है जिहड़ा नॉर्मल डाइस का बेटे। नॉर्मल डाइस तो सानू बहुत सारे सवाल आते हैं राजे और इस दियां जिहड़ियां ओपोजिट साइड हुंदियां ने इन्हां दा सम जिहड़ा है 7 हो भी सकता है, नहीं भी हो सकता। ये कोई गल क्लीयर नहीं हुंदी। इत्थे सम जिहड़ा है वो जरूरी नहीं कि 7 होएगा, इट कुड बी एनीथिंग, ये कुछ भी हो सकता है राजे, राइट। और यह रहा जी तुहाडा रामबाण। मतलब डाइस के क्वेश्चन सॉल्व करने का यह एक रामबाण है। वो की है जी? रामबाण का मतलब यह है बेटा ये कि ਜਿਹੜੀਆਂ भी ਤੁਹਾਡੀਆਂ दो ओपोजिट साइड्स होणगियां वो कभी भी इकट्ठियां फिगर दे विच इकट्ठियां दिखाई नहीं देणगियां आपां नूं। फॉर एग्जाम्पल देखो ए 6 और 3 ਇਹ ਦੋਨੋਂ ਇਕੱਠੇ ਦਿਖਾਈ ਦੇ ਰਹੇ ਨੇ। दैट मीन 6 ਦੇ ਆਪੋਜ਼ਿਟ ਵਾਲੇ ਫੇਸ ਦੇ ਉੱਪਰ ਕਦੀ ਵੀ 3 ਨਹੀਂ ਆਏਗਾ। 6 ਦੇ ਆਪੋਜ਼ਿਟ ਵਾਲੇ ਫੇਸ ਦੇ ਉੱਤੇ ਕਦੀ ਵੀ 5 ਜਿਹੜਾ ਹੈ 6 ਦੇ ਆਪੋਜ਼ਿਟ ਉਹ ਨਹੀਂ ਆਏਗਾ। ਮੀਨਸ ਆਪੋਜ਼ਿਟ ਸਾਈਡਸ ਜਿਹੜੀਆਂ ਨੇ ਉਹ ਇੱਕ ਦੂਜੇ ਦੇ ਐਡਜੈਸੈਂਟ ਜਿਹੜੀਆਂ ਉਹ ਕਦੀ ਵੀ ਨਹੀਂ ਹੁੰਦੀਆਂ ਬੇਟਾ। मतलब ਇਕੱਠੀਆਂ ਦਿਖਾਈ ਤੁਹਾਨੂੰ ਫਿਗਰ ਦੇ ਵਿੱਚ ਉਹ ਨਹੀਂ ਦੇਣਗੀਆਂ। ਕੀਪ ਦਿਸ ਥਿੰਗ ਇਨ ਯੋਰ ਮਾਈਂਡ। ਹਮੇਸ਼ਾ ਇਹਨੂੰ ਯਾਦ ਰੱਖਣਾ ਹੈ। ਤਿੰਨ ਹੀ ਤੁਹਾਡੇ ਬੇਟੇ ਉਹ ਪੂਰੇ ਰੂਲ ਨੇ ਡਾਈਸ ਨੂੰ ਕਰਨ ਦੇ। ਇਹਨਾਂ ਤਿੰਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਡਾਈਸ ਦੇ ਕੁਐਸਚਨ ਤੁਹਾਡੇ ਮਿੰਟਾਂ ਦੇ ਵਿੱਚ ਜਿਹੜੇ ਨੇ ਉਹ ਸੋਲਵ ਹੁੰਦੇ ਜਾਣਗੇ। ਸੋ ਵਧਦੇ ਹਾਂ ਬੇਟੇ ਆਪਾਂ ਨੈਕਸਟ ਅੱਗੇ। ਦੇਖੋ ਬਈ ਇਸ ਤਰੀਕੇ ਨਾਲ ਤੁਹਾਨੂੰ ਕੁਐਸਚਨ ਆਉਂਦੇ ਨੇ। ਇਹ ਕੀ ਕਹਿ ਰਿਹਾ ਹੈ ਵੀ ਇੱਕ what will be the number at bottom ਦੇ ਉੱਪਰ ਕਿਹੜਾ ਨੰਬਰ ਹੋਏਗਾ? ਕਹਿੰਦਾ if 5 is at top the two position of the dice given being as given below। ਇਹ ਦੋ ਡਾਈਸ ਦੀਆਂ ਉਹਨਾਂ ਨੇ ਪੋਜੀਸ਼ਨ ਦਿੱਤੀਆਂ ਹੋਈਆਂ ਨੇ ਬੇਟਾ ਆਪਾਂ ਨੂੰ ਔਰ ਪੁੱਛ ਲਿਆ ਹੈ ਕਿ 5 ਦੇ ਆਪੋਜ਼ਿਟ ਦੇ ਉੱਤੇ ਜਿਹੜਾ ਹੈ ਉਹ ਕਿਹੜਾ ਨੰਬਰ ਹੋਏਗਾ ਜੀ ਗਿਵਨ ਐਸ ਸਿਚੁਏਸ਼ਨ ਦੇ ਵਿੱਚ। ਦੇਖੋ ਹੁਣ ਇਹ ਥੋੜਾ ਜਿਹਾ ਅਗਰ ਤੁਸੀਂ ਦੇਖਦੇ ਹੋ ਕਿ ਵੈਸੇ ਤਾਂ ਇੱਥੇ 5 ਕਿਤੇ ਦਿੱਤਾ ਹੀ ਨਹੀਂ ਹੋਇਆ ਤਾਂ ਬੱਚੇ ਜਾਂਦੇ ਨੇ ਇਹਨੂੰ ਘਬਰਾ ਕੇ ਯਾਰ ਹੁਣ ਕਿਵੇਂ ਸੋਲਵ ਕਰਾਂਗੇ। ਬਟ ਨੋ ਇਸ਼ੂ ਬੇਟਾ, ਕੋਈ ਦਿੱਕਤ ਨਹੀਂ ਹੈ। ਸਭ ਤੋਂ ਪਹਿਲਾ ਸਟੈਪ ਤੁਸੀਂ ਕੀ ਕਰਨਾ ਹੈ? ਫਾਈਂਡ ਦਾ ਕਾਮਨ। ਆਪਾਂ ਫਾਈਂਡ ਕਰਾਂਗੇ ਜਿਹੜਾ ਵੀ ਕਾਮਨ ਹੋਏਗਾ ਨੰਬਰ ਦੋਨਾਂ ਦੇ ਵਿਚਕਾਰ ਤਾਂ ਆਪਾਂ ਨੂੰ ਜਲਦੀ ਨਾਲ ਦਿਖਾਈ ਦੇ ਦਿੱਤਾ 2 ਜਿਹੜਾ ਹੈ ਉਹ ਕੀ ਹੈ ਦੋਨਾਂ ਦੇ ਵਿੱਚ ਹੈ ਕਾਮਨ। ਤਾਂ ਪਹਿਲੀ ਚੀਜ਼ ਜਿਹੜੀ ਸੀ ਉਹ ਆਪਾਂ ਡਿਸਕਸ ਆਲਰੇਡੀ ਆਪਾਂ ਕਰੈਕ ਕਰ ਲਈ ਬੇਟੇ। ਅਸੀਂ ਇੱਕ ਕਾਮਨ ਨੰਬਰ ਜਿਹੜਾ ਹੈ ਉਹ ਲੱਭਣਾ ਸੀ, ਸਾਨੂੰ ਮਿਲ ਗਿਆ। ਕਾਮਨ ਨੰਬਰ ਫਾਈਂਡ ਕਰਕੇ ਦੂਜੀ ਚੀਜ਼ ਕੀ ਕਰਨਾ ਹੈ? ਇਸ ਨੂੰ ਇਸ ਤਰੀਕੇ ਨਾਲ ਕਲੌਕਵਾਈਜ਼ ਡਾਇਰੈਕਸ਼ਨ ਦੇ ਵਿੱਚ ਨੰਬਰਾਂ ਨੂੰ ਲਿਖ ਦੇਣਾ ਹੈ ਇਸ ਤਰੀਕੇ ਦੇ ਨਾਲ।
देखो ये किस तरह लिखांगे, कॉमन नंबर की है 2, ਐਵੇਂ ਜਿਹੜਾ ਹੈ ਤੁਸੀਂ ਇਸ ਦੇ ਨਾਲ ਦੇਖੋ ਇੱਕ ਉਹ ਬਣਾ ਲਓ ਗ੍ਰਿਡ ਜਿਹਾ ਆਪਣਾ, ਰਾਈਟ। ਇਸ ਤਰੀਕੇ ਨਾਲ ਕਾਮਨ ਨੰਬਰ ਸੀ 2, ਉਸ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਇਹਨੂੰ ਲਿਖਣਾ ਹੈ, ਦੈਨ ਆ ਜਾਏਗਾ 4, ਦੈਨ ਆ ਜਾਏਗਾ 1। ਇਸ ਦੇ ਕਾਮਨ ਨੰਬਰ ਦੇ ਨੀਚੇ ਕਾਮਨ ਨੰਬਰ ਲਿਖਾਂਗੇ, ਦੈਨ ਆ ਜਾਏਗਾ ਬੇਟੇ ਇੱਧਰ ਤੋਂ ਐਂ ਦੀ ਚੱਲਾਂਗੇ ਕਲੌਕਵਾਈਜ਼, ਤਾਂ ਫਿਰ ਆ ਜਾਏਗਾ 6 ਔਰ ਦੈਨ ਆ ਜਾਏਗਾ ਤੁਹਾਡੇ ਕੋਲ 3। ਇਹ ਨੰਬਰਸ ਆਪਾਂ ਲਿਖ ਲਏ ਜੀ। ਹੁਣ ਦੇਖੋ ਇੱਥੇ 2 ਜਿਹੜਾ ਹੈ ਬੇਟੇ ਉਹ 2 ਵਾਰ ਰਿਪੀਟ ਕਰ ਰਿਹਾ ਔਰ ਇੱਕ ਨੰਬਰ ਮਿਸਿੰਗ ਹੈ, ਕਿਹੜਾ 5 ਵਾਲਾ ਮਿਸਿੰਗ ਹੈ ਜੀ। ਤਾਂ ਇੱਕ ਜਿਹੜਾ ਹੈ 2 ਹੈ ਤੁਹਾਡਾ, ਉਸ ਨੂੰ ਇੱਥੋਂ ਕੱਟ ਦਿਓ, ਉਹਦੀ ਜਗ੍ਹਾ ਤੇ ਲਿਖ ਦਿਓ 5। ਇਹ ਹੋ ਗਿਆ ਬੇਟੇ ਤੁਹਾਡਾ ਕੁਐਸਚਨ ਸੋਲਵ। ਵੈਰੀ ਸਿੰਪਲ, ਕੋਈ ਇਸ਼ੂ ਨਹੀਂ ਹੈ ਇਹਦੇ ਵਿੱਚ, ਕੋਈ ਦਿੱਕਤ ਨਹੀਂ ਹੈ। ਬਸ ਇੱਕ ਯਾਦ ਰੱਖਣਾ ਹੈ, ਕਾਮਨ ਨੰਬਰ ਫਾਈਂਡ ਕਰਨਾ ਹੈ ਪਹਿਲੇ ਨੰਬਰ ਤੇ, ਕਾਮਨ ਨੰਬਰ ਜਿਹੜਾ ਹੈ ਉਸ ਨੂੰ ਫਾਈਂਡ ਕਰਨਾ ਹੈ ਤੁਸੀਂ, ਕਾਮਨ ਨੰਬਰ ਨੂੰ ਫਾਈਂਡ ਕਰੋ, ਦੈਨ ਸੈਕਿੰਡ ਨੰਬਰ ਤੇ ਕਲੌਕਵਾਈਜ਼ ਜਿਹੜਾ ਹੈ ਉਸ ਨੂੰ ਜਿਹੜਾ ਤੁਸੀਂ ਉਹ ਲਿਖ ਦੇਣਾ ਹੈ, ਕਲੌਕਵਾਈਜ਼ ਕਰਕੇ ਇਸ ਨੂੰ ਲਿਖ ਦੇਣਾ ਹੈ ਜੀ। ਬਸ ਸਾਡਾ ਸਵਾਲ ਜਿਹੜਾ ਉਹ ਆਨਸਰ ਜਿਹੜਾ ਉਹਦਾ ਨਿਕਲ ਆਏਗਾ। ਤਾਂ ਇੱਥੇ ਦੇਖੋ 2 ਔਰ 5 ਜਿਹੜੇ ਨੇ ਉਹਨੇ ਆਪੋਜ਼ਿਟ ਸਾਈਡਸ ਤੇ, ਇਹਦਾ 5 ਦੇ ਆਪੋਜ਼ਿਟ ਕਿਹੜਾ ਨੰਬਰ ਆਏਗਾ ਬੇਟੇ, 2 ਨੰਬਰ ਉਹ ਆਏਗਾ ਜੀ। ਇੱਕ ਵਾਰ ਦੁਬਾਰਾ ਦੇਖੋ ਸਵਾਲ ਨੂੰ। ਸਭ ਤੋਂ ਪਹਿਲਾ ਸਟੈਪ ਆਪਾਂ ਕੀ ਕੀਤਾ, ਅਸੀਂ ਇੱਕ ਕਾਮਨ ਨੰਬਰ ਜਿਹੜਾ ਉਸ ਨੂੰ ਫਾਈਂਡ ਕਰ ਲਿਆ। ਕਾਮਨ ਨੰਬਰ ਫਾਈਂਡ ਕਰਕੇ ਬੇਟੇ ਅਸੀਂ ਇਸ ਤਰੀਕੇ ਨਾਲ ਇੱਥੇ ਉਸ ਨੂੰ ਲਿਖਾਂਗੇ, 2 ਕਾਮਨ ਹੈ ਸਾਡੇ ਕੋਲ। ਉਸ ਤੋਂ ਬਾਅਦ ਕਲੌਕਵਾਈਜ਼ ਲਿਖਣਾ ਹੈ ਆਪਾਂ ਇਹਨਾਂ ਨੂੰ, ਕਲੌਕਵਾਈਜ਼ ਮਤਲਬ 4 1, 4 ਲਿਖ ਲਿਆ, 1 ਲਿਖ ਲਿਆ। ਦੂਸਰੀ ਫਿਗਰ ਤੇ ਆਉਂਦੇ ਆ, ਕਾਮਨ ਨੰਬਰ ਦੇ ਨੀਚੇ ਕਾਮਨ ਨੰਬਰ, ਕਲੌਕਵਾਈਜ਼ ਨੰਬਰਾਂ ਨੂੰ ਜਿਹੜਾ ਹੈ ਉਹ ਅਰੇਂਜ ਕਰਾਂਗੇ, ਦੈਨ 6, ਦੈਨ 3। ਹੁਣ ਇੱਕ ਨੰਬਰ ਮਿਸਿੰਗ ਹੈ ਸਾਡੇ ਕੋਲੋਂ ਜੀ 5, ਔਰ ਇਹ 2 ਵਾਰ ਆ ਰਿਹਾ ਹੈ, ਤਾਂ ਕੋਈ ਇੱਕ ਨੂੰ ਮਿਟਾ ਦਿਓ, ਉਹਦੀ ਜਗ੍ਹਾ ਤੇ ਲਿਖ ਦਿਓ 5। ਇਹ ਹੋ ਗਿਆ ਬੇਟੇ ਤੁਹਾਡਾ ਅਰੇਂਜਮੈਂਟ ਇਹਨਾਂ ਦਾ। 5 ਦੇ ਆਪੋਜ਼ਿਟ ਕੀ ਆ ਜਾਏਗਾ ਜੀ 2। ਦਿਸ ਇਜ਼ ਯੋਰ ਆਨਸਰ। ਆਨਸਰ ਕੀ ਆ ਗਿਆ ਸਾਡਾ, ਸਾਡੇ ਕੋਲ ਜਿਹੜਾ 2 ਹੈ ਉਹ ਆ ਜਾਏਗਾ ਜੀ 5 ਦੇ ਆਪੋਜ਼ਿਟ। ਦਿਸ ਇਜ਼ ਵੈਰੀ ਵੈਰੀ ਈਜ਼ੀ ਸਮ। ਬੜੇ ਸੌਖੇ ਤਰੀਕੇ ਨਾਲ ਆਪਾਂ ਇਹਨੂੰ ਕਰ ਲੈਂਦੇ ਆ। ਬੱਚੇ ਐਵੇਂ ਹੀ ਇਸ ਚੀਜ਼ ਤੋਂ ਜਿਹੜੇ ਉਹ ਡਰਦੇ ਰਹਿੰਦੇ ਨੇ। ਤਾਂ ਬੇਟੇ ਇਹ ਪਹਿਲੀ ਚੀਜ਼ ਆਪਾਂ ਇੱਥੋਂ ਜਿਹੜੀ ਉਹ ਸਿੱਖ ਲਈ। ਨੈਕਸਟ ਅੱਗੇ ਵਧਦੇ ਹਾਂ ਜੀ। 2 ਪੋਜੀਸ਼ਨ ਆਫ ਅ ਡਾਈਸ ਆਰ ਸ਼ੋਨ when 5 is at the bottom, what number will be on the top? ਦੇਖੋ ਇਹ ਡਾਈਸ ਦੇ ਸਵਾਲਾਂ ਨੂੰ ਕਰਨ ਦਾ ਬੇਟੇ ਜਿਹੜਾ ਇੱਕ ਮੇਨ ਜਿਹੜਾ ਫਾਰਮੂਲਾ ਹੈ ਉਹ ਹੀ ਤੁਹਾਨੂੰ ਸਿਖਾ ਦਿੱਤਾ। ਕਾਮਨ ਨੰਬਰ ਫਾਈਂਡ ਕਰਨਾ ਹੈ, ਕਲੌਕਵਾਈਜ਼ ਉਹਨਾਂ ਨੂੰ ਲਿਖ ਦੇਣਾ ਹੈ। ਹੁਣ ਆਪਾਂ ਇਸ ਸਵਾਲਾਂ ਦੇ ਵਿੱਚ ਦੇਖਦੇ ਹਾਂ। ਦੇਖੋ ਇੱਥੇ ਕੀ ਨੇ, ਮੇਰੇ ਕੋਲ ਆ ਰਹੇ ਨੇ 2 ਕਾਮਨ, ਠੀਕ ਹੈ ਜੀ, ਇੱਧਰ ਵੀ ਆ ਰਹੇ ਨੇ 2 ਕਾਮਨ। ਤਾਂ ਬੇਟੇ ਇਸ ਸਿਚੁਏਸ਼ਨ ਦੇ ਵਿੱਚ ਨਾ, ਜਿੱਥੇ 2 ਨੰਬਰ ਤੁਹਾਡੇ ਕੋਲ ਕਾਮਨ ਆ ਰਹੇ ਨੇ, ਇਸ ਸਿਚੁਏਸ਼ਨ ਦੇ ਵਿੱਚ ਸਵਾਲ ਸਿਰਫ ਇਹ ਜਿਹੜੇ 2 ਅਨਕਾਮਨ ਨੰਬਰ ਨੇ ਨਾ, ਇਹਨਾਂ ਤੋਂ ਹੀ ਪੁੱਛਿਆ ਜਾਏਗਾ, ਕਿਸੇ ਹੋਰ ਤੋਂ ਨਹੀਂ, ਠੀਕ ਹੈ। ਇਹਨਾਂ ਵਿੱਚ ਆਪਸ਼ਨਸ ਨਹੀਂ ਮੈਂ ਲਗਾਈਆਂ ਹੋਈਆਂ, ਸਿਰਫ ਤੁਹਾਨੂੰ ਸਮਝਾਉਣ ਦੇ ਲਈ। ਜਿਹੜੀ ਤੁਹਾਨੂੰ ਟੈਲੀਗ੍ਰਾਮ ਦੇ ਚੈਨਲ ਤੇ ਬੇਟਾ ਜਿਹੜਾ ਉਹ PDF ਮਿਲ ਜਾਏਗੀ, ਉਹਦੇ ਵਿੱਚ ਆਪਸ਼ਨਸ ਜਿਹੜੀਆਂ ਨੇ ਉਹ ਹੋਣਗੀਆਂ। ਹਾਂਜੀ, ਤਾਂ ਦੇਖੋ ਇਹਦੇ ਵਿੱਚ ਕੀ ਹੈ ਕਿ ਜਦੋਂ ਵੀ ਜਿਹੜੇ ਕਾਮਨ ਨੰਬਰਸ ਹੁੰਦੇ ਨੇ ਉਹਨਾਂ ਨੂੰ ਆਪਾਂ ਵੱਖਰਾ ਕਰ ਦਿੰਦੇ ਹਾਂ ਬੇਟੇ, ਔਰ ਜੋ ਅਨਕਾਮਨ ਹੁੰਦੇ ਨੇ ਉਹੀ ਹੁੰਦੇ ਨੇ ਸਾਡੇ ਇੱਕ ਦੂਸਰੇ ਦੇ ਆਪੋਜ਼ਿਟ। 5 ਦੇ ਆਪੋਜ਼ਿਟ ਕੀ ਆ ਜਾਏਗਾ ਰਾਜੇ, 1 ਆ ਜਾਏਗਾ। ਦਿਸ ਇਜ਼ ਦਾ ਲੈਵਲ 3 ਕੁਐਸਚਨ। ਇਹ ਤੀਸਰੇ ਲੈਵਲ ਵਾਲਾ ਕੁਐਸਚਨ ਹੁੰਦਾ। ਜਿਹੜਾ ਲਾਸਟ ਕੁਐਸਚਨ ਆਪਾਂ ਸੋਲਵ ਕੀਤਾ ਉਹ ਲੈਵਲ 2 ਸੀ, ਔਰ ਸਟੈਂਡਰਡਾਈਜ਼ ਤੋਂ ਜਿਹੜੇ ਕੁਐਸਚਨ ਆਉਂਦੇ ਨੇ ਉਹਨੂੰ ਆਪਾਂ ਲੈਵਲ 1 ਟਾਈਪ ਦੇ ਕੁਐਸਚਨ ਬੋਲਦੇ ਹਾਂ। ਲੈਵਲ ਕਹਿ ਲਵੋ ਜਾਂ ਟਾਈਪ ਕਹਿ ਲਵੋ, ਇੱਕ ਹੀ ਚੀਜ਼ ਹੈ। ਦਿਸ ਇਜ਼ ਟਾਈਪ 3 ਕੁਐਸਚਨ ਬੇਟਾ, ਜਿਹਦੇ ਵਿੱਚ 2 ਕਾਮਨ ਹੁੰਦੇ ਨੇ ਔਰ ਜਿਹੜੇ 2 ਅਨਕਾਮਨ ਹੁੰਦੇ ਨੇ ਉਹਨਾਂ ਉਹੀ ਇੱਕ ਦੂਸਰੇ ਦੇ ਆਪੋਜ਼ਿਟ ਹੁੰਦੇ ਨੇ। ਸੋ ਸਾਡਾ ਆਨਸਰ ਕੀ ਹੈ ਜੀ, ਆਨਸਰ ਬੇਟੇ ਆਪਣਾ ਬਣ ਜਾਏਗਾ 5 ਦੇ ਆਪੋਜ਼ਿਟ ਕੀ ਆ ਜਾਏਗਾ, 5 ਦੇ ਆਪੋਜ਼ਿਟ ਆ ਜਾਏਗਾ ਰਾਜੇ 1। ਸੋ ਵਧਦੇ ਹਾਂ ਨੈਕਸਟ ਅਗਲੇ ਕੁਐਸਚਨ ਦੇ ਵੱਲ ਬੇਟਾ। ਯੈਸ, ਅਗਲੇ ਕੁਐਸਚਨ ਨੂੰ ਦੇਖਦੇ ਹਾਂ ਜੀ। 2 ਡਿਫਰੈਂਟ ਪੋਜੀਸ਼ਨ ਆਫ ਅ ਡਾਈਸ ਆਰ ਸ਼ੋਨ ਬਿਲੋ, ਹਾਊ ਮੈਨੀ ਡਾਟਸ ਲਾਈ ਆਪੋਜ਼ਿਟ 2? 2 ਦੇ ਆਪੋਜ਼ਿਟ ਜਿਹੜੇ ਨੇ ਉਹ ਕਿੰਨੇ ਡਾਟਸ ਜਿਹੜੇ ਨੇ ਉਹ ਆਣਗੇ ਬੱਚੇ। ਇਹ ਸਾਡੇ ਕੋਲ 5 ਲੱਗੇ ਹੋਏ ਨੇ ਉੱਪਰ ਜੀ, ਇੱਧਰ 1 ਹੈ ਔਰ ਇੱਧਰ ਕੀ ਨੇ 2। ਇਹਦੇ ਆਪੋਜ਼ਿਟ ਆਪਾਂ ਫਾਈਂਡ ਆਊਟ ਕਰਨਾ ਹੈ। ਦਿਸ ਇਜ਼ 6 4 ਐਂਡ 3। ਇਹ ਆ ਗਈਆਂ ਸਾਡੇ ਕੋਲ ਪੋਜੀਸ਼ਨ। ਤਾਂ ਇਹਨਾਂ ਨੂੰ ਦੇਖੋ ਸਵਾਲ ਨੂੰ ਸੋਲਵ ਕਰਦੇ ਨੇ ਐਵੇਂ ਲਿਖ ਲਈਦਾ ਆਪਾਂ। ਇਹ 5 ਹੈ ਪਹਿਲੇ ਵਾਲੇ ਦਾ, 1 ਔਰ 2। ਇਹਦੇ ਵਾਲੇ ਦਾ ਦੇਖੋ 6 ਹੈ, 3 ਹੈ ਔਰ 4 ਹੈ। ਰਾਈਟ ਬੱਚੇ, ਤਾਂ ਦੇਖੋ ਹੁਣ ਇਸ ਸਵਾਲ ਨੂੰ ਜਦੋਂ ਤੁਸੀਂ ਕਰਨਾ ਹੈ ਬੇਟਾ, ਆਪਾਂ ਸਿੱਖ ਲਿਆ ਸੀ ਕਾਮਨ ਫਾਈਂਡ ਕਰਨਾ। ਤਾਂ ਸਰ ਇੱਥੇ ਤਾਂ ਕਾਮਨ ਹੈ ਹੀ ਨਹੀਂ ਜੀ, ਫਾਈਂਡ ਕੀ ਕਰੀਏ? ਡੋਂਟ ਵਰੀ ਬੱਚੇ, ਡਰਨਾ ਨਹੀਂ, ਮੈਂ ਤੁਹਾਡੇ ਨਾਲ ਹਾਂ। ਦੇਖੋ ਕਾਮਨ ਕੋਈ ਚੀਜ਼ ਨਹੀਂ ਹੈ ਦੋਨਾਂ ਸਿਚੁਏਸ਼ਨਸ ਦੇ ਵਿੱਚ, ਤਾਂ ਇਹ ਤਾਂ ਸਭ ਤੋਂ ਹੀ ਸੌਖਾ ਹੋ ਗਿਆ। 1 ਜਿਹੜਾ ਹੈ ਇਸ ਦੇ ਆਪੋਜ਼ਿਟ ਕੀ ਆ ਜਾਏਗਾ ਬੇਟੇ, 3 ਆ ਜਾਏਗਾ। 5 ਹੈ ਜਿਹੜਾ ਇਸ ਦੇ ਆਪੋਜ਼ਿਟ ਕੀ ਆ ਜਾਏਗਾ, 6 ਆ ਜਾਏਗਾ। ਔਰ ਜਿਹੜਾ 2 ਹੈ ਇਸ ਦੇ ਆਪੋਜ਼ਿਟ ਕੀ ਆ ਜਾਏਗਾ, 4। ਮਤਲਬ ਜਿੱਥੇ ਜਿੱਥੇ ਉਹਨਾਂ ਦੀ ਲੋਕੇਸ਼ਨ ਹੈ ਉਹੀ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਨੇ। ਰਾਈਟ ਬੱਚੇ, ਇੱਕ ਵਾਰ ਦੁਬਾਰਾ ਤੁਹਾਨੂੰ ਦੱਸ ਦਿੰਦੇ ਹਾਂ। ਦੇਖੋ ਇਹ 1 ਹੈ, ਇਸ ਦੇ ਆਪੋਜ਼ਿਟ
ਇਹ 3 ਵਾਲਾ ਆ ਜਾਏਗਾ, ਇਹ 2 ਹੈ ਇਸ ਦੇ ਆਪੋਜ਼ਿਟ 4 ਵਾਲਾ ਫੇਸ ਆ ਜਾਏਗਾ, ਇਹ 5 ਹੈ ਇਸ ਦੇ ਆਪੋਜ਼ਿਟ ਜਿਹੜਾ ਉਹ 6 ਵਾਲਾ ਫੇਸ ਆ ਜਾਏਗਾ। ਬਸ ਬਿਲਕੁਲ ਸਿੱਧਾ ਹੀ ਇਸ ਨੂੰ ਇਸੇ ਤਰੀਕੇ ਨਾਲ ਆਪਾਂ ਸੋਲਵ ਕਰ ਦਿੰਦੇ ਆ। ਤਾਂ 2 ਦੇ ਆਪੋਜ਼ਿਟ ਜਿਹੜਾ ਉਹ ਕਿੰਨਾ ਹੋ ਜਾਏਗਾ ਜੀ 4। ਦਿਸ ਇਜ਼ योर ਆਨਸਰ ਬੱਚੇ, ਇਹ ਤੁਹਾਡਾ ਆਨਸਰ ਹੈ ਜੀ, ਰਾਈਟ। ਆਈ ਹੋਪ ਕਿ ਤੁਹਾਨੂੰ ਬਿਲਕੁਲ ਇਹ ਸਮਝ ਲੱਗ ਗਿਆ ਹੋਏਗਾ। ਲੈਵਲ 3 ਵਾਲੇ ਵੀ ਅੱਗੇ ਵਧਦੇ ਆ ਬੇਟਾ। ਨੈਕਸਟ ਜਿਹੜੇ ਕੁਐਸਚਨ ਆਉਂਦੇ ਨੇ, ਫਿਰ ਪਹਿਲਾਂ ਤਾਂ ਆਪਾਂ 2 ਵਾਲੀਆਂ ਪੋਜੀਸ਼ਨ ਤੋਂ ਸਿੱਖਿਆ, ਹੁਣ ਆ ਗਈਆਂ ਤੁਹਾਡੇ ਕੋਲ 3 ਪੋਜੀਸ਼ਨ ਦਿੱਤੀਆਂ ਹੋਈਆਂ ਨੇ ਡਾਈਸ ਦੀਆਂ ਬੇਟੇ। 3 ਪੋਜੀਸ਼ਨ ਆਫ ਅ ਡਾਈਸ ਆਰ ਗਿਵਨ, based on them find out which number is found opposite the number 2 in the given cube। ਤਾਂ ਆਪਾਂ ਬੇਟੇ ਫਾਈਂਡ ਕਰਨਾ ਹੈ ਜੀ 2 ਦੇ ਆਪੋਜ਼ਿਟ ਕਿਹੜਾ ਨੰਬਰ ਹੋਏਗਾ, ਰਾਈਟ ਬੱਚੇ। ਇੱਥੇ ਹੁਣ ਦੇਖੋ ਆਪਸ਼ਨਸ ਦੇਖਣੀਆਂ ਨੇ ਆਪਾਂ। ਇੱਕ ਤਾਂ ਦੇਖੋ 2 ਦੇ ਨਾਲ 6 ਦਿੱਤਾ ਹੋਇਆ ਹੈ, ਆਪਸ਼ਨ ਦੇ ਵਿੱਚ ਅਗਰ 6 ਹੈ ਤਾਂ ਉਹ ਨਹੀਂ ਆਏਗਾ ਜੀ, ਉਹ ਵੀ ਖਤਮ ਹੋ ਜਾਏਗਾ, ਉਹ ਨਹੀਂ ਬਣ ਸਕਦਾ। 5 ਵੀ 2 ਦੇ ਨਾਲ ਦਿੱਤਾ ਹੋਇਆ ਹੈ, ਕਿਉਂਕਿ ਐਡਜੈਸੈਂਟ ਜਿਹੜੇ ਹੁੰਦੇ ਨੇ ਉਹ ਕਦੀ ਵੀ ਇੱਕ ਦੂਜੇ ਦੇ ਆਪੋਜ਼ਿਟ ਨਹੀਂ ਜਾਂਦੇ। ਤਾਂ 5 ਲਿਖਿਆ ਹੋਇਆ ਹੈ ਤਾਂ ਉਹ ਵੀ ਸਾਡੀ ਆਪਸ਼ਨ ਨਹੀਂ ਹੋਏਗਾ। ਇਸ ਤਰੀਕੇ ਨਾਲ ਆਪਸ਼ਨਸ ਨੂੰ ਇਲੀਮੀਨੇਟ ਵੀ ਆਪਾਂ ਕਰ ਸਕਦੇ ਹਾਂ ਆਨਸਰ ਨੂੰ ਫਾਈਂਡ ਆਊਟ ਕਰਨ ਦੇ ਲਈ। ਨਾਓ ਕੋਈ ਵੀ ਫਿਗਰ 2 ਦੇਖ ਲਓ, ਉਹਨਾਂ ਚੋਂ ਅਗਰ ਕਾਮਨ ਮਿਲ ਰਿਹਾ ਹੈ ਤਾਂ ਕਾਮਨ ਨੂੰ ਕੱਢ ਲਾਂਗੇ। ਅਗਰ ਡਬਲ ਕਾਮਨ ਤੁਹਾਨੂੰ ਦਿਖਾਈ ਦੇ ਰਹੇ ਨੇ ਬੇਟਾ ਤਾਂ ਤੁਸੀਂ ਡਬਲ ਕਾਮਨ ਦੇ ਨਾਲ ਵੀ ਜਾ ਸਕਦੇ ਹੋ। ਦੇਖੋ ਮੈਂ ਇਸ ਨੂੰ ਦੇਖਿਆ, ਮੈਨੂੰ ਇਸ ਫਿਗਰ ਵਿੱਚ ਔਰ ਇਸ ਫਿਗਰ ਵਿੱਚ 6 ਕਾਮਨ ਦਿਖਾਈ ਦੇਤਾ ਜੀ। ਮੈਨੂੰ ਇਸ ਫਿਗਰ ਔਰ ਇਸ ਫਿਗਰ ਦੇ ਵਿੱਚ 4 ਕਾਮਨ ਦਿਖਾਈ ਦੇਤਾ ਬੇਟੇ। ਇਸ ਫਿਗਰ ਦੇ ਵਿੱਚ ਔਰ ਇਸ ਫਿਗਰ ਦੇ ਵਿੱਚ ਮੈਨੂੰ 5 ਕਾਮਨ ਦਿਖਾਈ ਦੇ ਰਿਹਾ ਹੈ। ਤਾਂ ਆਪਾਂ ਇਹਨਾਂ ਵਿੱਚੋਂ ਕਿਸੇ ਵੀ ਇੱਕ ਦੇ ਨਾਲ ਲੈ ਕੇ ਜਿਹੜਾ ਉਹ ਜਾ ਸਕਦੇ ਹਾਂ। ਸੋ ਲੈ ਚੈੱਕ ਕਿ ਆਪਣਾ ਇਹ ਫਾਰਮੂਲਾ ਜਿਹੜਾ ਆਪਾਂ ਸਿੱਖਿਆ ਸਾਰੀ ਜਗ੍ਹਾ ਤੇ ਵਰਕ ਕਰਦਾ ਵੀ ਹੈ ਬਈ, ਜਾਂ ਐਵੇਂ ਤਾਂ ਨਹੀਂ ਹੋ ਰਿਹਾ। ਤਾਂ ਆਪਾਂ ਇਸ ਫਿਗਰ ਨੂੰ ਔਰ ਇਸ ਫਿਗਰ ਨੂੰ ਲੈ ਕੇ ਕਰਦੇ ਹਾਂ 4 ਤੋਂ ਲੈ ਕੇ ਆਪਾਂ ਜਿਹੜਾ ਕੁਐਸਚਨ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਯੈਸ, ਤਾਂ ਆਪਾਂ ਜਿੱਦਾਂ ਸਿੱਖਿਆ ਹੋਇਆ ਬੇਟੇ 4, ਫਿਰ ਕਲੌਕਵਾਈਜ਼ ਆਵਾਂਗੇ 5, ਦੈਨ 1 ਆ ਗਿਆ। ਇੱਧਰ ਬੇਟੇ 4 ਲਿਖ ਲਿਆ, then 3 ਲਿਖ ਲਿਆ, then 6 ਲਿਖ ਲਿਆ। ਹੁਣ ਇੱਕ ਨੰਬਰ ਆਪਣਾ ਮਿਸਿੰਗ ਹੈ ਜੀ, ਕਿਹੜਾ 2 ਨੰਬਰ। ਤਾਂ ਇਹਨੂੰ ਕੱਟਾਂਗੇ ਔਰ ਇੱਥੇ ਆਪਾਂ ਲਿਖ ਦੇਵਾਂਗੇ 2। ਇਹ ਸਾਡੀ ਬਣ ਗਈ ਪਹਿਲਾਂ ਦੋਨੋਂ ਫਿਗਰ ਜਿਹੜੀਆਂ ਨੇ ਉਹਨਾਂ ਤੋਂ। ਹੁਣ ਥੋੜਾ ਜਿਹਾ ਆਪਾਂ ਚੈੱਕ ਕਰੀਏ ਜੋ ਸਿੱਖਿਆ ਹੋਇਆ ਉਸ ਚੀਜ਼ ਨੂੰ। ਤਾਂ ਇਸ ਫਿਗਰ ਵਿੱਚ 6 ਕਾਮਨ ਹੈ, ਤਾਂ ਆਪਾਂ 6 ਨੂੰ ਲੈ ਕੇ ਵੀ ਬਣਾ ਕੇ ਇੱਕ ਵਾਰ ਜ਼ਰੂਰ ਦੇਖਦੇ ਹਾਂ। 6 ਦੈਨ ਉਸ ਦੇ ਬਾਅਦ ਆਪੋਜ਼ਿਟ ਆ ਗਿਆ ਬੇਟੇ 4, ਦੈਨ ਉਸ ਦੇ ਆਪੋਜ਼ਿਟ ਆ ਗਿਆ 3, ਲਾਈਨ ਲਗਾਵਾਂਗੇ। ਦੈਨ ਫਿਰ 6 ਤੋਂ ਬਾਅਦ ਉਸ ਦੇ ਬਾਅਦ 2 ਆ ਗਿਆ ਜੀ, 3 ਦੇ ਬਾਅਦ 5 ਆ ਗਿਆ। ਤਾਂ ਆਈ ਥਿੰਕ ਇਹ ਬਿਲਕੁਲ ਠੀਕ ਬਣਿਆ ਹੈ ਬੇਟੇ। ਐਸ 6 2 ਵਾਰ ਹੈ, ਜਿਹੜਾ ਇੱਕ ਨੰਬਰ ਮਿਸਿੰਗ ਹੈ ਉਹਨੂੰ ਲਿਖਾਂਗੇ। ਮਿਸਿੰਗ ਕੀ ਹੈ 1 ਲਿਖ ਦਿੱਤਾ। ਦੇਖੋ ਆਪਾਂ ਚਾਹੇ 4 ਨੂੰ ਕਾਮਨ ਲੈ ਕੇ ਆਨਸਰ ਕੱਢਿਆ, ਚਾਹੇ ਆਪਾਂ 6 ਨੂੰ ਕਾਮਨ ਲੈ ਕੇ ਆਨਸਰ ਕੱਢਿਆ, ਸਾਡੇ ਆਨਸਰਸ ਬਿਲਕੁਲ ਕੀ ਨੇ, ਠੀਕ। ਫਿਰ ਇੱਕ ਵਾਰ ਅਗਰ ਦੁਬਾਰਾ ਕਰਨਾ ਚਾਹੁੰਦੇ ਹੋ ਤਾਂ ਆਪਾਂ ਦੇਖ ਦਿੰਦੇ ਹਾਂ ਹੋਰ ਕੋਈ ਕਾਮਨ ਹੈ ਜੀ। ਹਾਂਜੀ 5 ਕਾਮਨ ਹੈ ਬੇਟਾ, ਐਸ ਪਹਿਲੀ ਔਰ ਐਸ ਫਿਗਰ ਦੇ ਵਿੱਚ 5 ਕਾਮਨ ਹੈ। ਸੋ ਲੈਟਸ ਚੈੱਕ ਵਿਦ ਦ 5 ਕਲੌਕਵਾਈਜ਼ ਜਾਵਾਂਗੇ 1 then 4, ਲਾਈਨ ਲਗਾਓ। 5 ਨੀਚੇ 5 ਲਿਖੋ, ਕਲੌਕਵਾਈਜ਼ ਜਾਵਾਂਗੇ 6 then 2। ਹਾਂਜੀ 5 2 ਵਾਰ ਆ ਗਿਆ ਬੇਟੇ। ਤਾਂ ਇੱਕ ਵਾਰ ਮਿਸਿੰਗ ਹੈ ਜਿਹੜਾ ਨੰਬਰ ਉਸ ਨੂੰ ਲਿਖਾਂਗੇ, ਉਹ ਕਿਹੜਾ ਹੈ 3। ਤਾਂ ਦੇਖੋ ਇਹ ਤਿੰਨੋਂ ਕੇਸ ਨੇ ਬੱਚੇ, ਤਿੰਨੋਂ ਕੇਸ ਦੇ ਵਿੱਚ ਤੁਹਾਡੇ ਆਨਸਰਸ ਬਿਲਕੁਲ ਠੀਕ ਨੇ। 4 ਦੇ ਆਪੋਜ਼ਿਟ ਕੀ ਨਿਕਲ ਕੇ ਆ ਰਿਹਾ ਹੈ, 4 ਦੇ ਆਪੋਜ਼ਿਟ 2 ਨਿਕਲ ਕੇ ਆਇਆ ਹੈ ਸਾਰਿਆਂ ਦੇ ਵਿੱਚ। ਫਸਟ ਨੂੰ ਦੇਖੋ 4 ਦੇ ਆਪੋਜ਼ਿਟ ਕੀ ਹੈ ਬੇਟਾ, ਇਸ ਸਿਚੁਏਸ਼ਨ ਦੇ ਵਿੱਚ 4 ਔਰ 2, ਇੱਥੇ ਵੀ 4 and 2 ਬਿਲਕੁਲ ਠੀਕ ਹੈ, ਇੱਥੇ ਵੀ 4 ਔਰ 2। ਤਾਂ 4 ਦੇ ਆਪੋਜ਼ਿਟ ਕੀ ਹੈ ਸਾਡੇ ਕੋਲ 2 ਨਿਕਲ ਕੇ ਆ ਗਿਆ। 3 ਦੇ ਆਪੋਜ਼ਿਟ ਦੇਖਦੇ ਹਾਂ ਜੀ, 3 ਦੇ ਆਪੋਜ਼ਿਟ 5 ਹੈ, ਇੱਥੇ ਵੀ ਬਿਲਕੁਲ ਆਇਆ ਦੇਖੋ 3 ਦੇ ਆਪੋਜ਼ਿਟ 5 ਹੈ ਬੇਟਾ ਇਸ ਕੇਸ ਦੇ ਵਿੱਚ ਵੀ, 3 ਦੇ ਆਪੋਜ਼ਿਟ 5 ਹੈ ਇਸ ਕੇਸ ਦੇ ਵਿੱਚ ਵੀ। ਤਾਂ ਸਾਡੇ ਕੋਲ 3 ਦੇ ਆਪੋਜ਼ਿਟ ਕੀ ਹੈ 5 ਤਿੰਨੋਂ ਕੇਸ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਇੱਕ ਲਾਸਟ ਬਚਿਆ ਹੋਇਆ 1 ਜਿਹੜਾ ਹੈ ਉਹ ਕਿਸ ਦੇ ਆਪੋਜ਼ਿਟ ਹੈ, 6 ਦੇ ਆਪੋਜ਼ਿਟ ਹੈ ਜੀ ਬੇਟੇ। ਸੋ ਇੱਥੋਂ ਅਸੀਂ ਸਿੱਖ ਲਿਆ ਆਪਣਾ ਜਿਹੜਾ ਅਸੀਂ ਚੀਜ਼ ਸਿੱਖੀ ਸੀ ਬਈ ਉਹ ਹਰ ਕੰਡੀਸ਼ਨ ਦੇ ਉੱਤੇ ਲਾਗੂ ਹੋ ਰਹੀ ਹੈ ਔਰ ਬਿਲਕੁਲ ਇੱਕ ਵਧੀਆ ਤਰੀਕੇ ਦਾ ਸਾਡੇ ਕੋਲ ਇੱਕ ਕਨਸੈਪਟ ਆ ਗਿਆ। ਅਸੀਂ ਉਸ ਦੇ ਨਾਲ ਹੁਣ ਸਵਾਲਾਂ ਨੂੰ ਹੱਲ ਕਰ ਸਕਦੇ ਹਾਂ, ਚਾਹੇ ਕੁਐਸਚਨ ਕਿਸੇ ਵੀ ਤਰੀਕੇ ਦਾ ਕਿਉਂ ਨਾ ਆ ਜਾਵੇ। ਫੋਰ ਡਿਫਰੈਂਟ ਪੋਜੀਸ਼ਨ ਆਫ ਦਾ ਸੇਮ ਡਾਈਸ ਸ਼ੋਨ ਬਿਲੋ, 4 ਪੋਜੀਸ਼ਨ ਦਿੱਤੀਆਂ ਹੋਈਆਂ ਨੇ ਰਾਜੇ ਆਪਾਂ ਨੂੰ। ਫਾਈਂਡ ਦਾ ਨੰਬਰ ਆਫ ਫੇਸ ਆਪੋਜ਼ਿਟ ਦਾ ਫੇਸ ਸ਼ੋਇੰਗ 4। 4 ਦੇ ਆਪੋਜ਼ਿਟ ਕੀ ਹੈ ਬੇਟੇ, ਇਸ ਚੀਜ਼ ਨੂੰ ਆਪਾਂ ਫਾਈਂਡ ਆਊਟ ਕਰਨਾ ਹੈ। ਪਹਿਲੀ ਗੱਲ ਤਾਂ ਇਹ ਕਿ 4 ਦੇ ਆਪੋਜ਼ਿਟ ਨਾ ਤਾਂ 2 ਆਣਾ ਹੈ ਰਾਜੇ, ਨਾ ਹੀ ਆਣਾ ਹੈ 5। ਇਸ ਚੀਜ਼ ਨੂੰ ਸਿੱਖ ਲਓ, ਠੀਕ ਹੈ ਜੀ। ਹੁਣ ਆਨਸਰ ਦੇਖੋ ਕਿੱਦਾਂ ਆਪਾਂ ਕੱਢ ਸਕਦੇ ਹਾਂ। ਇੱਕ ਤਾਂ ਆਪਾਂ ਇੱਥੋਂ ਡਬਲ ਕਾਮਨ ਨਾਲ ਵੀ ਬੇਟੇ ਆਨਸਰ ਲੈ ਸਕਦੇ ਹਾਂ। ਦੇਖੋ 4 and 5 ਕਾਮਨ ਨੇ, ਤਾਂ 3 ਦੇ ਆਪੋਜ਼ਿਟ ਜਿਹੜਾ ਆਪਾਂ 2 ਫਾਈਂਡ ਆਊਟ ਕਰ ਲਿਆ। ਇੱਥੋਂ ਇੱਕ ਚੀਜ਼ ਆਪਾਂ ਕਰ ਚੁੱਕੇ ਹਾਂ ਪਹਿਲਾਂ। ਨੈਕਸਟ ਅਗਲੇ ਕੁਐਸਚਨ ਦੇ ਵੱਲ ਚੱਲਦੇ ਹਾਂ ਜ਼ਰਾ। ਨੈਕਸਟ ਕੁਐਸਚਨ ਕੀ ਕਹਿ ਰਿਹਾ ਸਾਨੂੰ ਬਈ, ਨੈਕਸਟ ਕੁਐਸਚਨ ਦੇ ਵਿੱਚ ਬੇਟੇ ਇਹਨਾਂ ਨੇ ਦਿੱਤਾ ਹੋਇਆ ਹੈ ਤੁਹਾਨੂੰ, ਇਹਨਾਂ ਨੇ ਕਿਹਾ ਹੋਇਆ ਹੈ ਕਿ ਸਾਡੇ ਕੋਲ ਹੈ ਕਾਮਨ ਨੈਕਸਟ ਦੇ ਵਿੱਚ 5 ਔਰ 6 ਔਰ 6 ਔਰ 3। ਇਹ ਦੇਖੋ ਜੀ ਇੱਥੇ 6 ਔਰ 3,
6 और 3 एक ही ने कॉमन ने, तो 1 ਦੇ ਆਪੋਜ਼ਿਟ ਕੀ ਚੀਜ਼ ਆ ਗਈ ਹੈ ਬੇਟੇ, 1 ਦੇ ਆਪੋਜ਼ਿਟ ਆ ਗਿਆ ਹੈ 5। ਆਪਾਂ ਡਿਫਰੈਂਟ ਤਰੀਕੇ ਜਿਹੜੇ ਨੇ ਜੋ ਸਿੱਖ ਲਏ ਸਾਰੇ ਅਪਲਾਈ ਕਰ ਰਹੇ ਆ ਬੇਟਾ ਉਹਨਾਂ ਦੇ ਉੱਪਰ, ਠੀਕ ਹੈ ਜੀ। ਹੁਣ ਬਚ ਕੀ ਗਏ ਬੇਟਾ, ਦੋਨੋਂ ਨਿਕਲ ਆਏ ਆਪਣੇ ਕੋਲ। ਜਿਹੜੇ ਬਚ ਗਏ ਨੇ, ਇੱਕ ਬਚਿਆ ਹੋਇਆ ਹੈ 4, ਇੱਕ ਕੀ ਬਚਿਆ ਹੋਇਆ 6, ਤਾਂ 4 ਦੇ ਆਪੋਜ਼ਿਟ 6 ਆ ਜਾਏਗਾ ਜੀ। ਇਹ ਸਾਡਾ ਆਨਸਰ ਹੋਣਗੇ। ਇਹ ਤਾਂ ਸੀਗਾ ਡਬਲ ਕਾਮਨ ਦੇ ਨਾਲ। ਹੁਣ ਆਪਾਂ ਇਹਨੂੰ ਫਾਈਂਡ ਕਰਦੇ ਹਾਂ ਜਿਹੜੀ ਚੀਜ਼ ਅਸੀਂ ਐਕਚੁਅਲ ਦੇ ਵਿੱਚ ਸਿੱਖੀ ਹੋਈ ਹੈ। ਅਗਰ ਕੋਈ ਸਿੰਗਲ ਕਾਲਮ ਕਾਮਨ ਵਾਲਾ ਨੰਬਰ ਉਹਨੂੰ ਲੈ ਕੇ 4 3 5 4 ਡਬਲ ਕਾਮਨ ਹੈ ਜੀ, ਨਹੀਂ ਲਵਾਂਗੇ। 5 6 3 5 4 2 ਯੈਸ, ਇਸ ਫਿਗਰ ਤੋਂ ਔਰ ਇਸ ਫਿਗਰ ਦੇ ਵਿੱਚ ਸਾਨੂੰ 5 ਕਾਮਨ ਮਿਲ ਗਿਆ ਹੈ ਬੇਟੇ, ਰਾਈਟ। ਔਰ 4 2 ਔਰ 6 3 ਅਨਕਾਮਨ ਨੇ। ਤਾਂ ਆਪਾਂ ਜੋ ਚੀਜ਼ ਸਿੱਖੀ ਉਹਦੇ ਨਾਲ ਵੀ ਕੱਢ ਕੇ ਦੇਖਦੇ ਹਾਂ ਇੱਕ ਵਾਰ। 5 3 6 ਕਲੌਕਵਾਈਜ਼ ਨੰਬਰ ਜਿਹੜੇ ਸੀ ਉਹਨਾਂ ਨੂੰ ਆਪਾਂ ਲਿਖ ਦਿੱਤਾ, ਠੀਕ ਹੈ ਜੀ। ਉਸ ਤੋਂ ਬਾਅਦ 5 2 ਐਂਡ 4 ਇਹ ਆ ਗਿਆ ਸਾਡੇ ਕੋਲ ਆਨਸਰ। ਇੱਕ ਵਾਰ ਦੁਬਾਰਾ ਚੈੱਕ ਕਰ ਲਈਏ ਭਲਾ ਇਹੀ ਚੀਜ਼ ਸੀ ਜੋ ਆਪਾਂ ਬਣਾਈ ਸੀ ਜੀ। ਹਾਂਜੀ 4 ਔਰ 5 ਜਿਹੜੇ ਸੀਗੇ ਤਾਂ 3 ਦੇ ਆਪੋਜ਼ਿਟ ਕੀ ਸੀ 2, ਬਿਲਕੁਲ ਠੀਕ ਹੈ। ਸਾਨੂੰ ਇੱਥੇ ਵੀ 3 ਦੇ ਆਪੋਜ਼ਿਟ ਜਿਹੜਾ ਉਹ 2 ਮਿਲ ਚੁੱਕਾ ਹੈ ਜੀ। ਤਾਂ ਅਸੀਂ ਦੋਨੋਂ ਕਨਸੈਪਟ ਨਾਲ ਸਾਡਾ ਸਵਾਲ ਸਹੀ ਹੋ ਰਿਹਾ ਸੀ। ਨੈਕਸਟ ਅੱਗੇ ਚੱਲਦੇ ਹਾਂ ਜੀ। 6 ਐਂਡ 3 ਇੱਕ ਦੂਜੇ ਦੇ ਉਹ ਨੇ ਕਾਮਨ ਨੇ ਬੋਥ। ਇੱਕ ਦੇ ਆਪੋਜ਼ਿਟ 5 ਆ ਰਿਹਾ ਹੈ ਕਿ 5 ਔਰ ਹਾਂਜੀ ਇੱਥੇ ਆਪਾਂ 1 ਲਿਖਾਂਗੇ ਕਿਉਂਕਿ 5 ਦੋ ਵਾਰੀ ਲਿਖਿਆ ਹੋਇਆ, 1 ਮਿਸਿੰਗ ਹੈ। 5 ਆਪੋਜ਼ਿਟ 1 ਬਿਲਕੁਲ ਠੀਕ ਹੈ ਜੀ, ਔਰ 6 ਦੇ ਆਪੋਜ਼ਿਟ 4 ਬਿਲਕੁਲ ਠੀਕ ਹੈ ਜੀ। ਤਾਂ ਜਿਹੜੇ ਵੀ ਦੋਨੋਂ ਤਰੀਕੇ ਆਪਾਂ ਸਿੱਖੇ ਨੇ ਜੀ, ਚਾਹੇ ਉਹ ਡਬਲ ਕਾਮਨ ਵਾਲੇ ਨੇ ਬੇਟਾ, ਚਾਹੇ ਉਹ ਕਾਮਨ ਨੰਬਰ ਲੈ ਕੇ ਕਲੌਕਵਾਈਜ਼ ਲਿਖਣ ਵਾਲੇ ਨੇ, ਸਾਡੇ ਸਵਾਲ ਉਹਦੇ ਨਾਲ ਬਿਲਕੁਲ ਠੀਕ ਹੋ ਰਹੇ ਨੇ ਔਰ ਅਸੀਂ ਆਪਣੀ ਚੀਜ਼ਾਂ ਨੂੰ ਸਿੱਖ ਰਹੇ ਹਾਂ ਜੀ। ਨੈਕਸਟ ਦੇਖਦੇ ਹਾਂ ਬੱਚੇ। ਹਾਂਜੀ, what number is opposite 3 if 4 different position of a dice are shown below। ਦੇਖੋ ਜੀ ਆਪਾਂ 3 ਦੇ ਆਪੋਜ਼ਿਟ ਲੱਭਣਾ ਹੈ ਬੇਟੇ ਔਰ ਸਾਨੂੰ ਦਿੱਤਾ ਹੋਇਆ ਹੈ 4 ਪੋਜੀਸ਼ਨ। ਹੁਣ ਦੇਖੋ ਤੁਸੀਂ ਦੋ ਚੀਜ਼ਾਂ ਸਿੱਖ ਚੁੱਕੇ ਹੋ ਬੇਟਾ। ਇੱਕ ਕਾਮਨ ਦਿਖਾਈ ਦੇ ਰਿਹਾ ਹੈ, ਉਹਨੂੰ ਲੈ ਕੇ ਆਪਣੇ ਕੁਐਸਚਨ ਨੂੰ ਕਰਨਾ ਸ਼ੁਰੂ ਕਰ ਦਿਓ। ਡਬਲ ਕਾਮਨ ਦਿਖਾਈ ਦੇ ਰਹੇ ਨੇ, ਉਹਨੂੰ ਲੈ ਕੇ ਆਪਣੇ ਸਵਾਲ ਨੂੰ ਕਰਨਾ ਸ਼ੁਰੂ ਕਰ ਦਿਓ। ਔਰ ਆਪਾਂ ਫਾਈਂਡ ਆਊਟ ਕਰਨਾ ਹੈ 3 ਦੇ ਆਪੋਜ਼ਿਟ ਕੀ ਹੋਏਗਾ ਬੇਟੇ। ਦੇਖੋ ਆਪਸ਼ਨਸ ਦੇ ਵਿੱਚ ਦੇਖਦੇ ਹਾਂ ਆਪਾਂ, 3 ਦੇ ਆਪੋਜ਼ਿਟ 6 ਨਹੀਂ ਆ ਸਕਦਾ, 3 ਦੇ ਆਪੋਜ਼ਿਟ 1 ਨਹੀਂ ਆ ਸਕਦਾ, 3 ਦੇ ਨਾਲ ਹੀ ਜਿਹੜਾ ਹੈ ਉਹ 5 ਉਹ ਵੀ ਨਹੀਂ ਆ ਸਕਦਾ, 3 ਦੇ ਆਪੋਜ਼ਿਟ ਜਿਹੜਾ ਹੈ 2 ਵੀ ਨਹੀਂ ਆ ਸਕਦਾ। ਤਾਂ ਦੇਖੋ ਕਿੰਨੇ ਨੰਬਰ ਕੱਟੇ ਗਏ ਨੇ ਜੀ, 1 2 3 ਐਂਡ 4। 4 ਨੰਬਰ ਤਾਂ ਬੇਟੇ ਕੱਟੇ ਗਏ। ਪੰਜਵਾਂ ਨੰਬਰ ਕਿਹੜਾ ਹੈ 3, ਠੀਕ ਹੈ ਜੀ। ਔਰ ਇਹ ਟੋਟਲ ਆਪਣੇ ਕੋਲ ਹੋ ਗਏ 5 ਨੰਬਰ। ਬਚ ਕਿਹੜਾ ਗਿਆ, ਇੱਕ ਬਚ ਗਿਆ ਨੰਬਰ, ਉਹ ਕਿਹੜਾ ਹੈ ਉਹ ਆਪਾਂ ਦੇਖਦੇ ਹਾਂ ਜੀ। ਹਾਂਜੀ ਤਾਂ ਉਹ ਬੇਟੇ ਆ ਗਿਆ ਤੁਹਾਡਾ ਯੈਸ 2 ਵੀ ਗਿਆ ਜੀ, ਉਸ ਤੋਂ ਬਾਅਦ 6 ਵੀ ਗਿਆ ਬੇਟੇ, 1 ਵੀ ਗਿਆ, 5 ਵੀ ਗਿਆ, ਬਚ ਕੀ ਗਿਆ ਬੇਟੇ 4। ਦੈਟ ਇਜ਼ ਯੋਰ ਆਨਸਰ। ਇਹ ਆਪਣਾ ਹੀ ਆਨਸਰ ਹੋਏਗਾ। ਦੇਖੋ ਇਹ ਤੁਹਾਨੂੰ ਇੱਕ ਤਰੀਕਾ ਸਿਖਾਇਆ ਹੈ, ਇੱਕ ਹੋਰ ਤਰੀਕਾ ਕਰਨ ਦਾ, ਮਤਲਬ ਜਿੰਨੇ ਵੀ ਤਰੀਕੇ ਨਾਲ ਤੁਸੀਂ ਇਸ ਨੂੰ ਸਵਾਲ ਨੂੰ ਹੱਲ ਕਰਨਾ ਹੈ, ਛੱਡਣਾ ਬਿਲਕੁਲ ਨਹੀਂ ਹੈ। ਆਪਾਂ ਇਹ ਚੀਜ਼ ਜਿਹੜੀ ਤੀਸਰੀ ਪ੍ਰੋਪਰਟੀ ਤੁਹਾਨੂੰ ਦੱਸੀ ਸੀ ਬੇਟੇ ਕਿ ਜਿਹੜੇ ਆਪੋਜ਼ਿਟ ਹੁੰਦੇ ਨੇ ਉਹ ਕਦੇ ਵੀ ਐਡਜੈਸੈਂਟ ਨਹੀਂ ਆਉਂਦੇ। ਤਾਂ ਇੱਥੇ ਦੇਖੋ ਇਸ ਸਵਾਲ ਦੇ ਵਿੱਚ 3 ਦੇ ਐਡਜੈਸੈਂਟ 2 ਨੂੰ ਵੀ ਦੇਤਾ, ਆਪੋਜ਼ਿਟ ਨਹੀਂ ਹੋ ਪਾਏਗਾ। 6 ਨੂੰ ਵੀ ਦੇਤਾ, ਆਪੋਜ਼ਿਟ 'ਚ ਕਦੀ ਨਹੀਂ ਆਏਗਾ, ਠੀਕ ਹੈ। ਇੱਥੇ ਵੀ 6 ਔਰ ਇਹ 1 ਨੂੰ ਵੀ ਦੇਤਾ, ਆਪੋਜ਼ਿਟ 'ਚ ਨਹੀਂ ਆਏਗਾ। 5 ਨੂੰ ਵੀ ਦੇਤਾ, ਆਪੋਜ਼ਿਟ ਦੇ ਵਿੱਚ 3 ਦੇ ਉਹ ਨਹੀਂ ਆਏਗਾ। ਕਿਹੜਾ ਨੰਬਰ ਬਚ ਗਿਆ ਸੀ, 2 ਬਚ ਗਿਆ। ਆਨਸਰ ਦੇਖਦੇ ਹਾਂ ਇੱਕ ਵਾਰ ਆਪਾਂ ਫਿਰ ਵੀ ਆਪਣਾ ਕੱਢ ਕੇ ਕਿ ਅਸੀਂ ਬਣਾ ਪਾਉਨੇ ਆ ਆਪਣੇ ਆਨਸਰ। 2 ਜਿਹੜਾ ਹੈ ਉਹ ਦੋਨਾਂ ਦੇ ਵਿੱਚ ਕਾਮਨ ਆ ਰਿਹਾ ਜੀ ਸਾਡੇ ਕੋਲ, ਔਰ 3 6 ਐਂਡ 5 4 ਅਨਕਾਮਨਸ ਨੇ। ਤਾਂ ਆਪਾਂ 2 ਕਾਮਨ ਨੂੰ ਲੈ ਕੇ ਬੇਟਾ ਜਿਹੜੇ ਨੇ ਉਸ ਸਵਾਲ ਨੂੰ ਕਰਨਾ ਹੱਲ ਕਰਦੇ ਆ। 2 ਕਲੌਕਵਾਈਜ਼ ਜਾਵਾਂਗੇ, ਦੈਨ 6 ਦੈਨ 3, ਰਾਈਟ ਬੇਟਾ। ਇਸ ਚੀਜ਼ਾਂ ਨੂੰ ਆਪਾਂ ਲਿਖ ਲਿਆ ਜੀ ਇੱਥੇ। ਨੈਕਸਟ ਫਿਗਰ ਦੇ ਵਿੱਚੋਂ 2 ਦੇ ਨੀਚੇ 2 ਲਿਖਿਆ, ਦੈਨ ਕਲੌਕਵਾਈਜ਼ ਜਾਵਾਂਗੇ 5, ਦੈਨ ਨੈਕਸਟ ਵਾਲਾ ਨੰਬਰ 4। ਅਗਰ ਤੁਹਾਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਕਲੌਕਵਾਈਜ਼ ਚੱਲਣ ਦਾ ਕਿਵੇਂ ਹੈ ਬੇਟਾ, ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਮੈਂ ਤੁਹਾਨੂੰ ਉਸ ਨੂੰ ਜਿਹੜਾ ਦੁਬਾਰਾ ਜਿਹੜਾ ਕਿਸੇ ਹੋਰ ਤਰੀਕੇ ਨਾਲ ਜਿਹੜਾ ਉਹ ਸੋਲੂਸ਼ਨ ਉਸ ਦਾ ਕਰ ਦੇਵਾਂਗੇ। ਕਲੌਕਵਾਈਜ਼ ਚੱਲਣ ਦਾ ਵੈਸੇ ਮਤਲਬ ਇਹ ਹੈ, ਦੇਖੋ ਇਹ ਇੱਕ ਕਲੌਕ ਦੀ ਤਰ੍ਹਾਂ ਹੈ, ਇਹ 12 ਹੈ। ਇੱਥੋਂ ਜਦੋਂ ਆਪਣੀ ਸੂਈ ਚੱਲਦੀ ਹੈ ਤਾਂ ਉਹ ਇਸ ਤਰੀਕੇ ਨਾਲ ਘੁੰਮਦੀ ਹੈ, ਰਾਈਟ। ਐਸੇ ਤਰੀਕੇ ਨਾਲ ਚੱਲਦੀ ਹੈ ਨਾ 12 ਤੋਂ ਇਸ ਤਰੀਕੇ ਨੂੰ, ਤਾਂ ਆਪਾਂ ਨੰਬਰ ਇਸੇ ਤਰੀਕੇ ਨਾਲ ਚਲਾਉਂਦੇ ਆ, ਇਹਨੂੰ ਆਪਾਂ ਕਹਿ ਦਿੰਦੇ ਆ ਕਲੌਕਵਾਈਜ਼, ਠੀਕ ਹੈ। ਤਾਂ ਆਪਾਂ ਇਸ ਤਰੀਕੇ ਨਾਲ ਬੇਟਾ ਲਿਖਣਾ ਹੁੰਦਾ ਹੈ ਜੀ ਸਾਡਾ, ਰਾਈਟ ਬੇਟੇ। ਸੋ ਨੈਕਸਟ ਅੱਗੇ ਵਧਦੇ ਹਾਂ ਆਪਣਾ ਸਵਾਲ ਦੇ ਵੱਲ। ਆਪਾਂ ਹੁਣ ਦੇਖੋ ਇੱਕ ਜਿਹੜਾ ਹੈ ਤੁਹਾਡਾ ਉਹ ਕਾਮਨ ਜਿਹੜਾ ਨੰਬਰ ਹੈ ਉਹ ਇੱਕ ਮਿਸਿੰਗ ਹੈ, ਉਸ ਨੂੰ ਆਪਾਂ ਲਿਖਣ ਦੀ ਕੋਸ਼ਿਸ਼ ਕਰਾਂਗੇ। ਯੈਸ ਹਾਂਜੀ 1 ਜਿਹੜਾ ਹੈ ਉਹ ਤੁਹਾਡਾ ਨਹੀਂ ਸੀਗਾ, ਤਾਂ ਇਹ ਨੰਬਰ ਬੇਟਾ ਆਪਾਂ ਲਿਖ ਲਿਆ। ਦੇਖੋ 3 ਦੇ ਆਪੋਜ਼ਿਟ ਕੀ ਚੀਜ਼ ਆਈ ਹੈ ਜੀ ਤੁਹਾਡੇ, 3 ਦੇ ਆਪੋਜ਼ਿਟ ਆਈ ਹੈ 4। ਔਰ ਅੱਗੇ ਵੀ ਆਪਾਂ ਇਹੀ ਚੀਜ਼ ਦੇਖਿਆ ਸੀ। ਵੈਸੇ ਆਪਾਂ ਜਿਹੜਾ ਦੂਸਰੇ ਤਰੀਕੇ ਨਾਲ ਆਨਸਰ ਕੱਢਿਆ ਸੀਗਾ ਉਹ ਕੀ ਸੀ ਜੀ, ਜਿਹਦੇ ਵਿੱਚ ਆਪਾਂ ਇਹ ਦੇਖਿਆ ਸੀ ਕਿ ਜਿਹੜੇ ਐਡਜੈਸੈਂਟ ਫੇਸਿਸ ਤੇ ਆਉਂਦੇ ਨੇ ਉਹ ਕਦੀ ਵੀ ਨਾਲ ਨਹੀਂ ਆਣਗੇ। ਤਾਂ ਉਹਦੇ ਅਕੋਰਡਿੰਗ ਆਪਾਂ ਨੰਬਰਾਂ ਦਾ ਆਨਸਰ ਇੱਕ ਵਾਰ ਫਿਰ ਤੋਂ ਦੁਬਾਰਾ ਤੋਂ ਦੇਖਦੇ ਹਾਂ ਬੇਟੇ। ਹਾਂਜੀ
2 3 ਦੇ ਨਾਲ ਨਹੀਂ ਆ ਸਕਦਾ, ਬਿਲਕੁਲ ਠੀਕ ਹੈ। 6 ਜਿਹੜਾ ਹੈ ਉਹ ਵੀ 3 ਦੇ ਆਪੋਜ਼ਿਟ ਨਹੀਂ ਆ ਸਕਦਾ। 1 ਜਿਹੜਾ ਹੈ ਉਹ ਵੀ 3 ਦੇ ਆਪੋਜ਼ਿਟ ਨਹੀਂ ਆ ਸਕਦਾ। 5 ਜਿਹੜਾ ਹੈ ਉਹ ਵੀ 3 ਦੇ ਆਪੋਜ਼ਿਟ ਨਹੀਂ ਆ ਸਕਦਾ। ਤਾਂ 3 ਤਾਂ ਆਉਣਾ ਹੀ ਨਹੀਂ ਹੈ ਕਿਉਂਕਿ ਇਹਦੇ ਤਾਂ ਆਪੋਜ਼ਿਟ ਫਾਈਂਡ ਕਰਨਾ ਹੈ। ਤਾਂ ਇੱਕ ਨੰਬਰ ਬਚ ਗਿਆ। ਦੇਖੋ 6 ਟੋਟਲ ਨੇ, 5 ਹੋ ਗਏ, ਬਚ ਕਿਹੜਾ ਗਿਆ ਬੇਟੇ 4। ਤਾਂ 3 ਦੇ ਆਪੋਜ਼ਿਟ 4 ਹੀ ਆਏਗਾ। ਤਾਂ ਇਹ ਹੈ ਜੀ ਤੁਹਾਡਾ ਆਨਸਰ। ਆਪਾਂ ਹਰ ਤਰੀਕੇ ਇਹਨਾਂ ਦੇ ਉੱਤੇ ਅਪਲਾਈ ਕਰਕੇ ਆਨਸਰ ਜਿਹੜਾ ਹੈ ਉਸ ਨੂੰ ਫਾਈਂਡ ਆਊਟ ਕਰ ਲਿਆ। ਆਈ ਹੋਪ ਯੂ ਗੈਟ ਦਾ ਪੁਆਇੰਟ। ਨੈਕਸਟ ਬੇਟਾ ਅੱਗੇ ਵਧਦੇ ਹਾਂ ਅਗਲੇ ਸਵਾਲ ਦੇ ਵੱਲ। 3 position of a dice are given. Based on them, find out which number is found opposite the number 3 in the given cube. 3 ਦੇ opposite find ਕਰਨਾ ਨੇ ਜੀ ਆਪਾਂ ਹੁਣ ਆਨਸਰ ਨੂੰ। ਤਾਂ ਬੇਟੇ ਦੇਖੋ ਇਹਦੇ ਵਿੱਚੋਂ ਤੁਸੀਂ ਕੋਈ ਵੀ ਕਾਮਨ ਇੱਕ ਚੱਕ ਲਓ, ਉਹਦੇ ਅਕੋਰਡਿੰਗ ਜਿਹੜੇ ਨੇ ਆਨਸਰਸ ਉਹ ਬਣਾ ਦਿਓ। ਹੁਣ ਅਗਰ ਆਪਾਂ ਦੇਖਦੇ ਹਾਂ ਜੀ, ਓਕੇ ਮੈਨੂੰ ਮਿਲ ਚੁੱਕਾ ਹੈ ਕਾਮਨ। ਪਹਿਲੀ ਫਿਗਰ ਦੇ ਵਿੱਚੋਂ ਮੈਨੂੰ ਡਬਲ ਕਾਮਨ ਮਿਲ ਗਿਆ ਜੀ 1 4 ਐਂਡ 1 4 ਔਰ 6 ਦੇ ਆਪੋਜ਼ਿਟ ਇੱਥੋਂ ਆਪਾਂ ਕੱਢ ਲਿਆ ਜੀ 2 ਆਏਗਾ। ਵੈਰੀ ਗੁੱਡ। ਨੈਕਸਟ ਅੱਗੇ ਵਧਦੇ ਹਾਂ ਬੇਟਾ। ਯੈਸ ਦਿਸ ਇਜ਼ ਦ ਚੈਲੰਜਿੰਗ। ਓਕੇ ਨੈਕਸਟ ਦੇਖਦੇ ਹਾਂ ਬੇਟਾ। ਦੇਖੋ ਯੈਸ ਇਹਨਾਂ ਤੋਂ ਤਾਂ ਇੰਨਾ ਹੀ ਹੋ ਰਿਹਾ ਵੀ ਆਪਣਾ ਹੱਲ ਉੱਥੋਂ ਨਹੀਂ ਬਣੇਗਾ। ਤਾਂ ਆਪਾਂ ਹੁਣ ਜਿਹੜਾ ਹੈ ਕੋਈ ਦੂਜੀ ਅਪਰੋਚ ਵਿੱਚ ਦੇਖਦੇ ਹਾਂ। 6 ਕਾਮਨ ਮਿਲ ਗਿਆ ਦੋਨਾਂ ਦੇ ਵਿੱਚ, 6 ਨੂੰ ਲੈ ਕੇ ਆਪਾਂ ਲਿਖ ਦਿੰਦੇ ਹਾਂ ਜੀ। ਇਹ ਤਾਂ ਬੇਟੇ ਰਾਮਬਾਣ, ਇਹ ਤਾਂ ਹਰ ਜਗ੍ਹਾ ਤੇ ਚੱਲੇਗਾ ਹੀ ਚੱਲੇਗਾ। ਇਹਦੇ ਤੋਂ ਕੋਈ ਸਵਾਲ ਇਦਾਂ ਦਾ ਨਹੀਂ ਜਿਹੜਾ ਇਹਦੇ ਤੋਂ ਹੱਲ ਨਾ ਹੋਏਗਾ। 6 ਲਿਖ ਲਿਆ ਬੇਟੇ। ਕਲੌਕਵਾਈਜ਼ ਚੱਲਦੇ ਹਾਂ। ਸੈਕਿੰਡ ਵਾਲੇ ਦੇ ਆਪਾਂ ਪਹਿਲਾ ਨੰਬਰ ਲਿਖ ਦਿੰਦੇ ਹਾਂ 6 3 ਐਂਡ 5 ਲਿਖ ਲਿਆ ਜੀ। ਲਾਈਨ ਲਗਾਵਾਂਗੇ। ਫਸਟ ਵਾਲੀ ਪੋਜੀਸ਼ਨ ਦਾ 6 ਲਿਖਿਆ, ਦੈਨ 4 ਦੈਨ 1। ਇਹ ਹੋ ਗਿਆ ਬੇਟੇ ਆਪਣਾ। ਦੇਖਦੇ ਹਾਂ ਜੀ ਹੁਣ ਸਾਡਾ ਇੱਕ ਨੰਬਰ ਮਿਸਿੰਗ ਹੈ। ਉਹ ਨੰਬਰ ਕਿਹੜਾ ਹੈ? ਦੈਟ ਇਜ਼ 2। ਤਾਂ ਇੱਥੋਂ ਆਪਣੇ ਨਿਕਲ ਆਏ ਆਨਸਰ। 3 ਦੇ ਆਪੋਜ਼ਿਟ ਕੀ ਆਏਗਾ ਬੇਟਾ? 4। ਦੈਟ ਇਜ਼ ਯੋਰ ਆਨਸਰ। ਠੀਕ ਹੈ ਜੀ, ਇਹ ਹੋ ਗਿਆ ਬੇਟੇ ਸਾਡਾ ਕੁਐਸਚਨ ਹੱਲ। ਮਤਲਬ ਅਸੀਂ ਕਾਮਨ ਨੰਬਰ ਫਾਈਂਡ ਕਰਕੇ ਕਲੌਕਵਾਈਜ਼ ਲਿਖ ਕੇ ਹਰ ਸਵਾਲ ਦਾ ਜਿਹੜਾ ਹੱਲ ਉਹ ਲੈ ਸਕਦੇ ਹਾਂ। ਓਕੇ ਨੈਕਸਟ। ਹਾਂਜੀ ਬੇਟਾ, 2 position of a dice shown below. Identify the number at the bottom when the top is 3. And I think ਤੁਸੀਂ ਇਸ ਸਵਾਲ ਦਾ ਆਨਸਰ ਹੁਣ ਦੇ ਸਕਦੇ ਹੋ। ਸੋ ਇਨ ਕਮੈਂਟ ਸੈਕਸ਼ਨ ਪਲੀਜ਼ ਆਨਸਰ ਜਿਹੜਾ ਹੈ ਉਹ ਦਿਓ ਬੇਟੇ, ਠੀਕ ਹੈ, ਕਿਉਂਕਿ ਹੁਣ ਤੱਕ ਤੁਸੀਂ ਕਾਫੀ ਸਿੱਖ ਚੁੱਕੇ ਹੋ। ਇਸ ਦਾ ਕੁਐਸਚਨ ਜਿਹੜਾ ਇਹਦਾ ਆਨਸਰ ਤੁਸੀਂ ਖੁਦ ਦਿਓਗੇ। ਆਪਾਂ ਨੈਕਸਟ ਅੱਗੇ ਵਧਦੇ ਹਾਂ ਅਗਲੇ ਕਨਸੈਪਟ ਦੇ ਵੱਲ। ਇੱਕ ਲੈਵਲ ਬੇਟੇ ਆਪਾਂ ਕਰ ਲਿਆ। ਉਸ ਤੋਂ ਬਾਅਦ ਕੁਝ ਇਸ ਤਰੀਕੇ ਨਾਲ ਤੁਹਾਨੂੰ ਗਿਵਨ ਡਿਫਰੈਂਟ ਟਾਈਪ ਦੀਆਂ ਨੇ ਪਿਕਚਰਸ ਦਿੱਤੀਆਂ ਜਾਣਗੀਆਂ ਇਸ ਤਰੀਕੇ ਨਾਲ। ਇਹਦੇ ਵਿੱਚ 1 2 3 ਐਂਡ 4 1 2 3 ਐਂਡ 4 ਇਸ ਤਰੀਕੇ ਨਾਲ 1 2 3 ਐਂਡ 4 ਕਿਊਬਸ ਇਸ ਤਰ੍ਹਾਂ ਦਿੱਤੇ ਜਾਣਗੇ। ਔਰ 2 ਜਿਹੜੇ ਨੇ ਇਸ ਤਰੀਕੇ ਨਾਲ ਤੁਹਾਨੂੰ ਸਾਈਡਸ ਤੇ ਦਿੱਤੇ ਜਾਣਗੇ। ਇਹਨਾਂ ਦੀ ਪੋਜੀਸ਼ਨ ਜਿਹੜੀ ਹੈ ਨਾ ਉਹ ਚੇਂਜ ਕੀਤੀ ਜਾ ਸਕਦੀ ਹੈ ਕਿਤੇ ਵੀ। ਇਹ ਦੇਖੋ ਇਹ ਪੋਜੀਸ਼ਨ ਹੀ ਚੇਂਜ ਕਰ ਰਿਹਾ ਹੈ, ਫਿਗਰ ਉਹੀ ਸੇਮ ਹੈ, ਪੋਜੀਸ਼ਨਸ ਨੂੰ ਚੇਂਜ ਕਰ ਰਿਹਾ ਹੈ ਬੇਟਾ। ਇਹ ਮੰਨ ਲਓ 2 ਨੂੰ ਇੱਥੇ ਰੱਖ ਦਿੱਤਾ, 3 ਨੂੰ ਬਿਲਕੁਲ ਇੱਥੇ ਨੀਚੇ ਲੈ ਆਏ ਤਾਂ ਆਪਣੇ ਕੋਲ ਇਹ ਪੋਜੀਸ਼ਨ ਬਣ ਗਈ। ਠੀਕ ਹੈ, ਦੋਨਾਂ ਨੂੰ ਵੀ ਇੱਕ ਸਟੈਪ ਆਪਾਂ ਥੱਲੇ ਲੈ ਆਏ ਤਾਂ ਆਪਣੇ ਕੋਲ ਇਹ ਪੋਜੀਸ਼ਨ ਬਣ ਗਈ। ਅਗਰ ਦੋਨਾਂ ਨੂੰ ਵੀ ਇੱਕ ਸਟੈਪ ਹੋਰ ਲੈ ਆਏ ਤਾਂ ਆਪਣੇ ਕੋਲ ਇਹ ਪੋਜੀਸ਼ਨ ਬਣ ਗਈ। ਦੋਨਾਂ ਨੂੰ ਵੀ ਇੱਕ ਪੋਜੀਸ਼ਨ ਹੋਰ ਲੈ ਜਾਵਾਂਗੇ ਤਾਂ ਆਪਣੇ ਕੋਲ ਇਸ ਤਰੀਕੇ ਨਾਲ ਇਹ ਵਾਲੀ ਜਿਹੜੀ ਪੋਜੀਸ਼ਨ ਉਹ ਬਣ ਜਾਏਗੀ ਰਾਜੇ। ਠੀਕ ਹੈ, ਮਤਲਬ ਕਿ ਇਹਨਾਂ ਦੋਨਾਂ ਨੂੰ ਜਿਹੜਾ ਹੈ ਉਹ ਕਿਤੇ ਵੀ ਮੂਵ ਕਰ ਸਕਦਾ ਹੈ ਉੱਪਰ ਨੀਚੇ ਨੂੰ ਐਗਜ਼ਾਮੀਨਰ। ਠੀਕ ਹੈ, ਔਰ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਪੋਜੀਸ਼ਨਸ ਨੇ ਉਹਨਾਂ ਨੂੰ ਕ੍ਰੀਏਟ ਕਰਨ ਦੀ ਉਹ ਕੋਸ਼ਿਸ਼ ਕਰੇਗਾ। ਡਜ਼ਨਟ ਮੈਟਰ, ਕੋਈ ਗੱਲ ਨਹੀਂ। ਇਹਨਾਂ ਦਾ ਵੀ ਇੱਕ ਬਿਲਕੁਲ ਬੇਸਿਕ ਸਟਰੋਂਗ ਜਿਹੜਾ ਹੈ ਉਹ ਆਪਾਂ ਤੁਹਾਨੂੰ ਹੱਲ ਦੇਵਾਂਗੇ। ਕਿਸੇ ਵੀ ਤਰੀਕੇ ਦੀ ਫਿਗਰ ਬਣਾ ਦੇ ਐਗਜ਼ਾਮੀਨਰ, ਕੁਐਸਚਨ ਨਹੀਂ ਜਾਣ ਦੇਣਾ ਬੇਟੇ, ਤੁਸੀਂ ਬਣਾਓਗੇ ਉਹਦਾ ਆਨਸਰ। ਇਸ ਤਰੀਕੇ ਦੇ ਵਿੱਚ ਕੀ ਹੁੰਦਾ ਹੈ ਬੇਟੇ, ਸਭ ਤੋਂ ਪਹਿਲਾਂ ਤਾਂ ਜਿਹੜਾ 2 ਹੈ ਬਈ ਇਹ ਆਏਗਾ ਆਪੋਜ਼ਿਟ 3 ਦੇ, ਇਹ ਰਿਹਾ। ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇਹ ਚੀਜ਼ ਬਣਦੀ ਹੈ। ਬੱਚੇ ਆਪਣੇ ਨੋਟ ਜ਼ਰੂਰ ਲਈ ਜਾਇਓ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਚੀਜ਼ਾਂ ਬਿਲਕੁਲ ਠੀਕ ਰਹਿਣ। ਔਰ ਅਗਰ ਤੁਸੀਂ ਮੰਨ ਲਓ ਸਮ ਟਾਈਮ ਤੁਸੀਂ ਨੋਟ ਨਹੀਂ ਲੈਣਾ ਪਸੰਦ ਕਰਦੇ, ਵੈਸੇ ਤਾਂ ਮਿਹਨਤ ਕਰਨੀ ਚਾਹੀਦੀ ਹੈ ਬਈ, ਮਿਹਨਤ ਦੇ ਨਾਲ ਹੀ ਜਿਹੜੀਆਂ ਨੇ ਉਹ ਗੱਡੀਆਂ ਪਾਰ ਹੁੰਦੀਆਂ ਨੇ। ਓਕੇ, ਲੇਕਿਨ ਅਗਰ ਫਿਰ ਵੀ ਨੋਟ ਨਹੀਂ ਲੈਂਦੇ ਕਿਉਂਕਿ ਹੁਣ ਡਿਜੀਟਲ ਏਜ ਹੈ ਤਾਂ ਤੁਸੀਂ ਕਹਿੰਦੇ ਹੋ ਸਰ ਨਹੀਂ ਜੀ ਡਿਜੀਟਲ ਜ਼ਮਾਨਾ ਹੈ ਤਾਂ ਅਸੀਂ ਡਿਜੀਟਲੀ ਹੀ ਪੜ੍ਹਦੇ ਹਾਂ, ਦੈਨ ਫਿਰ ਵੀਡੀਓ ਨੂੰ ਇੱਕ ਵਾਰ ਥੋੜ੍ਹਾ ਦੁਬਾਰਾ ਜ਼ਰੂਰ ਦੇਖ ਲਿਓ ਔਰ ਨਾਲ ਥੋੜ੍ਹੀ ਜਿਹੀ ਪ੍ਰੈਕਟਿਸ ਕਰ ਲਿਓ। ਤੁਸੀਂ ਅਗਰਵਾਲ ਬੁੱਕ ਤੋਂ ਲੈ ਕੇ ਵੀ ਰੀਜ਼ਨਿੰਗ ਦੀ ਪ੍ਰੈਕਟਿਸ ਕਰ ਸਕਦੇ ਹੋ। ਦੈਟ ਇਜ਼ ਵੈਰੀ ਮੱਚ ਸਫੀਸ਼ੀਐਂਟ ਫॉर ਯੂ ਗਾਇਜ਼। ਓਕੇ, ਹੁਣ ਦੇਖੋ ਇਹ ਜੋ 1 ਹੈ ਬੇਟਾ ਤਾਂ ਇੱਕ ਵਾਲਾ ਆਪਾਂ ਛੱਡਾਂਗੇ, ਨੈਕਸਟ ਵਾਲੇ ਤੇ ਚਲਾ ਜਾਵਾਂਗੇ। ਇਹ ਇੱਕ ਦੂਜੇ ਦੇ ਆਪੋਜ਼ਿਟ ਹੋਣਗੇ। ਤਾਂ 1 ਜਿਹੜਾ ਹੈ ਉਹ ਕਿਹਦੇ ਆਪੋਜ਼ਿਟ ਹੈ ਬੇਟਾ? 5 ਦੇ। ਠੀਕ ਹੈ, ਇਹ ਇੱਥੇ ਸਟਾਰ ਬਣਾ ਲਓ ਤਾਂ ਸਟਾਰ ਜਿਹੜਾ ਹੈ ਉਹ ਕਿਹਦੇ ਆਪੋਜ਼ਿਟ ਹੈ? ਸਟਾਰ ਦੇ ਆਪੋਜ਼ਿਟ ਹੈ ਜੀ। ਇਹ ਟ੍ਰਾਇੰਗਲ ਜਿਹੜੀ ਹੈ ਇਹ ਕਿਹਦੇ ਆਪੋਜ਼ਿਟ ਹੈ? ਇਹ ਟ੍ਰਾਇੰਗਲ ਦੇ ਆਪੋਜ਼ਿਟ ਹੈ ਬੇਟਾ। ਔਰ ਇਹ ਜਿਹੜਾ ਬਾਕਸ ਹੈ ਇਹ ਇਸ ਬਾਕਸ ਦੇ ਆਪੋਜ਼ਿਟ ਹੈ। ਆਈ ਹੋਪ ਯੂ ਗੈਟ ਦਾ ਪੁਆਇੰਟ। 1 ਦੇ ਆਪੋਜ਼ਿਟ 5 ਆਏਗਾ ਜੀ। ਇੱਥੇ ਇੱਕ ਛੱਡਿਆ ਇਹ ਵਾਲਾ,
ਨਾਲ ਵਾਲਾ ਕਦੀ ਵੀ ਆਪੋਜ਼ਿਟ ਨਹੀਂ ਹੁੰਦਾ, ਇਹ ਆਪਾਂ ਸਿੱਖ ਚੁੱਕੇ ਹਾਂ। 2 ਦੇ ਆਪੋਜ਼ਿਟ ਜਿਹੜਾ ਹੈ ਉਹ 3 ਆ ਜਾਏਗਾ ਬੇਟੇ, 4 ਦੇ ਆਪੋਜ਼ਿਟ ਜਿਹੜਾ ਉਹ 6 ਆ ਜਾਏਗਾ। ਫਿਗਰਸ ਜਿਹੜੀਆਂ ਨੇ ਉਹ ਕੋਈ ਵੀ ਐਗਜ਼ਾਮੀਨਰ ਬਣਾ ਸਕਦਾ ਹੈ ਬੇਟੇ, ਤੁਹਾਨੂੰ ਸਾਰੀਆਂ ਫਿਗਰਸ ਜਿਹੜੀਆਂ ਨੇ ਉਹ ਦੱਸ ਦਿੱਤੀਆਂ ਕਿ ਕਿੰਨੀ ਤਰ੍ਹਾਂ ਦੀਆਂ ਉਹ ਬਣਾ ਸਕਦਾ ਹੈ। ਇਹਨਾਂ ਨੂੰ ਤੁਸੀਂ ਥੋੜਾ ਜਿਹਾ ਹੋਰ ਮੋਡੀਫਾਈਡ ਕਰ ਸਕਦੇ ਹੋ ਆਪਣੇ ਅਕੋਰਡਿੰਗ। ਨੈਕਸਟ ਜ਼ਰਾ ਥੋੜਾ ਅਗਲਾ ਸਵਾਲ ਦੇਖਦੇ ਹਾਂ ਬੇਟੇ ਆਪਾਂ। ਇੱਕ ਹੋਰ ਤਰੀਕੇ ਦੀ, ਇਸ ਤਰੀਕੇ ਦੀ ਫਿਗਰ ਵੀ ਐਗਜ਼ਾਮੀਨਰ ਜਿਹੜਾ ਉਹ ਜਨਰੇਟ ਕਰ ਸਕਦਾ ਹੈ ਬੇਟਾ। ਇਸ ਕੇਸ ਦੇ ਵਿੱਚ ਕੀ ਹੈ ਜੀ, 1 ਦੇ ਆਪੋਜ਼ਿਟ ਬੇਟਾ 3 ਆ ਜਾਂਦਾ ਹੈ ਜੀ, 2 ਦੇ ਆਪੋਜ਼ਿਟ ਜਿਹੜਾ ਹੈ ਉਹ 5 ਆ ਜਾਂਦਾ ਹੈ, ਔਰ 4 ਜਿਹੜਾ ਹੈ ਉਸ ਦੇ ਆਪੋਜ਼ਿਟ ਬੇਟੇ ਹੋ ਜਾਂਦਾ ਹੈ ਤੁਹਾਡਾ 6। ਇਹ ਚੀਜ਼ਾਂ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਦੋਨੋਂ ਫਿਗਰ ਦੇ ਵਿੱਚ ਬੇਟੇ। ਇਹ ਵਾਲੀਆਂ ਫਿਗਰਸ ਜਿਹੜੀਆਂ ਨੇ ਇਹਨਾਂ ਦਾ ਵੀ ਬੇਟੇ ਤੁਹਾਨੂੰ ਦੱਸ ਦਿੱਤਾ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਕੀ ਸੋਲੂਸ਼ਨ ਹੋ ਸਕਦੇ ਨੇ। ਨੈਕਸਟ ਜਿਹੜੀ ਹੈ ਫਿਗਰ, ਇਹਦੇ ਵਿੱਚ ਵੀ ਤੁਹਾਨੂੰ ਦੱਸ ਦਿੱਤਾ ਕਿ ਇਸ ਦੇ ਸੋਲੂਸ਼ਨ ਜਿਹੜੇ ਨੇ ਉਹ ਕੀ ਹੋ ਸਕਦੇ ਨੇ ਬੇਟਾ। ਸਿੰਪਲੀ ਜੀ ਗੱਲ ਹੈ ਬੇਟੇ, ਇਹ ਫਸਟ ਹੈ ਜਿਹੜੀ ਇਸ ਦੇ ਆਪੋਜ਼ਿਟ ਹੈ 3 ਵਾਲੀ ਆ ਜਾਏਗੀ, ਔਰ ਇਹ ਜਿਹੜੀ 4 ਹੈ ਉਸ ਦੇ ਆਪੋਜ਼ਿਟ ਹੈ 6 ਵਾਲੀ ਆ ਜਾਏਗੀ, ਔਰ ਜੋ ਇਹ ਬਚ ਗਈਆਂ ਵਿਚਲੀਆਂ ਇਹ ਇੱਕ ਦੂਜੇ ਦੇ ਹੁੰਦੀਆਂ। ਜਿਹੜੀ ਇਧਰੋਂ ਸੈਕਿੰਡ ਹੈ ਔਰ ਜੋ ਇਧਰੋਂ ਸੈਕਿੰਡ ਹੈ ਉਹ ਇੱਕ ਦੂਸਰੇ ਦੇ ਆਪੋਜ਼ਿਟ ਹੋਏਗੀ। ਰਾਈਟ ਬੱਚੇ, ਆਪਾਂ ਵਧਦੇ ਹਾਂ ਜੀ ਅੱਗੇ ਆਪਣੇ ਸਵਾਲਾਂ ਦੇ ਵੱਲ। ਹੁਣ ਇਹਦੇ ਤੋਂ ਕੁਐਸਚਨ ਕਿਵੇਂ ਦੇ ਆਉਂਦੇ ਨੇ ਉਹਦੇ ਵਿੱਚੋਂ ਦੇਖੋ। ਇਹ ਉਹਨਾਂ ਨੇ ਇੱਕ ਫਿਗਰ ਦੇ ਦਿੱਤੀ, ਠੀਕ ਹੈ ਜੀ। ਇਸ ਫਿਗਰ ਤੋਂ ਉਹਨਾਂ ਨੇ ਬਾਅਦ ਵਿੱਚ ਇਹ ਡਾਈਸ ਤਿਆਰ ਕੀਤਾ ਹੈ, ਔਰ ਇਸ ਡਾਈਸ ਤੋਂ ਉਹਨਾਂ ਨੇ ਕਿਹਾ ਹੈ ਜੀ ਤੁਸੀਂ ਆਨਸਰ ਫਾਈਂਡ ਆਊਟ ਕਰੋ ਕਿ ਇਹਦਾ ਆਨਸਰ ਤੁਹਾਡਾ ਉਹ ਕੀ ਹੋਏਗਾ। ਆਪਾਂ ਇਹਨਾਂ ਆਪਸ਼ਨਸ ਦੇ ਵਿੱਚੋਂ ਜਿਹੜਾ ਹੈ ਉਹ ਆਨਸਰ ਜਿਹੜਾ ਉਹ ਦੇਣਾ ਹੈ ਜੀ। ਤਾਂ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਫਿਗਰ ਸਾਨੂੰ ਦਿੱਤੀ ਹੋਈ ਹੈ ਇਹਦੇ ਤੋਂ ਆਪਾਂ ਇੱਕ ਡਾਈਸ ਬਣਾਵਾਂਗੇ ਕਿ ਸਾਡਾ ਡਾਈਸ ਜਿਹੜਾ ਉਹ ਕਿਵੇਂ ਦਾ ਬਣੇਗਾ। ਜਾਂ ਸਿੰਪਲੀ ਆਪਾਂ ਜਿਹੜੇ ਵੀ ਚੀਜ਼ਾਂ ਸਿੱਖੀਆਂ ਨੇ ਉਹਨਾਂ ਨੂੰ ਲੈ ਕੇ ਚੱਲਦੇ ਹਾਂ ਜੀ। ਆਪਾਂ ਇਹਦੇ ਵਿੱਚ ਦੇਖਿਆ ਬੇਟੇ ਕਿ ਤੁਹਾਡੀ ਜਿਹੜੀ A ਹੈ ਉਹ ਕਿਸ ਦੇ ਆਪੋਜ਼ਿਟ ਆਏਗੀ, ਉਹ D ਦੇ ਆਪੋਜ਼ਿਟ ਆਏਗੀ ਜੀ, ਰਾਈਟ। ਉਸ ਤੋਂ ਬਾਅਦ ਅਸੀਂ ਸਿੱਖ ਲਿਆ ਜਿਹੜਾ F ਹੈ ਉਹ ਕਿਸ ਦੇ ਆਪੋਜ਼ਿਟ ਆਏਗਾ, ਉਹ B ਦੇ ਆਪੋਜ਼ਿਟ ਆਏਗਾ ਜੀ। ਔਰ ਉਸ ਤੋਂ ਬਾਅਦ ਅਸੀਂ ਇਹ ਵੀ ਸਿੱਖ ਲਿਆ ਕਿ ਜਿਹੜੀ E ਹੈ ਉਹ ਕਿਸ ਦੇ ਆਪੋਜ਼ਿਟ ਆਏਗੀ, ਉਹ C ਦੇ ਆਪੋਜ਼ਿਟ ਆਏਗੀ ਜੀ। ਤਾਂ ਹੁਣ ਤੁਸੀਂ ਕਿਸੇ ਵੀ ਤਰੀਕੇ ਨਾਲ ਜਿਹੜਾ ਇਹਨੂੰ ਕਰ ਸਕਦੇ ਹੋ, ਜਾਂ ਤਾਂ ਇਸ ਤਰੀਕੇ ਨਾਲ ਬਣਾ ਲਓ ਬੇਟੇ, ਐਵੇਂ ਬਣਾ ਕੇ ਇਹਦੇ ਵਿੱਚ ਲਿਖ ਲਵੋ, ਰਾਈਟ। ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਆਪਣਾ ਜਿਹੜਾ ਹੈ ਇੱਕ ਉਹ ਜਿਹੜੀ ਚੀਜ਼ ਤੁਹਾਨੂੰ ਸਿਖਾਈ ਹੋਈ ਹੈ ਕਿ ਜਿਹੜੇ ਇੱਕ ਦੂਸਰੇ ਦੇ ਆਪੋਜ਼ਿਟ ਹੁੰਦੇ ਨੇ ਉਹ ਕਦੀ ਵੀ ਇਕੱਠੇ ਨਹੀਂ ਆਉਂਦੇ, ਉਸ ਤਰੀਕੇ ਨਾਲ ਚੀਜ਼ਾਂ ਨੂੰ ਐਲੀਮੀਨੇਟ ਵੀ ਕਰ ਸਕਦੇ ਹੋ ਆਪਸ਼ਨਸ ਨੂੰ। ਸਭ ਤੋਂ ਪਹਿਲਾਂ ਦੇਖੋ A ਔਰ D, ਇਹ ਕੀ ਨੇ, ਇੱਕ ਦੂਸਰੇ ਦੇ ਆਪੋਜ਼ਿਟ ਨੇ। ਦੈਟ ਮੀਨ ਕਿ ਇਹ ਇਕੱਠੇ ਸ਼ੋ ਨਹੀਂ ਹੋਣਗੇ। ਇਸ ਫਿਗਰ 'ਚ ਨਹੀਂ ਆ ਰਹੇ ਜੀ, ਇਸ ਵਿੱਚ ਵੀ ਨਹੀਂ ਆ ਰਹੇ, ਇਸ ਵਿੱਚ ਵੀ ਨਹੀਂ, ਇੱਥੇ ਆ ਰਹੇ ਨੇ। D ਵਾਲੀ ਆਪਸ਼ਨ ਕੱਟ ਦਿਓ। ਹੁਣ D ਕੱਟੀ ਗਈ ਤਾਂ ਇਹ ਆਪਸ਼ਨ, ਕਿਉਂਕਿ ਇੱਥੇ D ਆ ਰਿਹਾ, ਇਹ ਵੀ ਕੈਂਸਲ, ਰਾਈਟ। ਸਾਡੇ ਕੋਲ 3 ਹੀ ਆਪਸ਼ਨ ਬਚ ਗਈਆਂ, ਇਹਨਾਂ ਨੂੰ ਹੀ ਕੰਸੀਡਰ ਅਸੀਂ ਕਰਾਂਗੇ। ਨੈਕਸਟ ਆਪਾਂ ਦੇਖਦੇ ਹਾਂ ਜੀ E ਔਰ C ਇੱਕ ਦੂਸਰੇ ਦੇ ਆਪੋਜ਼ਿਟ ਨੇ। E ਔਰ C ਇਕੱਠੇ ਦਿਖਾਈ ਨਹੀਂ ਦੇਣੇ ਚਾਹੀਦੇ, ਤਾਂ C ਆਪਸ਼ਨ ਦੇ ਵਿੱਚ ਦੇਖੋ E ਔਰ C ਇਕੱਠੇ ਦਿਖਾਈ ਦੇ ਰਹੇ ਨੇ, ਇਹ ਕੱਟੀ ਗਈ। ਅਗਰ C ਕੱਟੀ ਜਾਂਦੀ ਹੈ ਤਾਂ ਇਹ ਵਾਲੀ ਆਪਸ਼ਨ ਵੀ ਕੱਟੀ ਗਈ, ਬਚ ਗਈ B ਔਰ A ਬੇਟਾ ਆਪਣੇ ਕੋਲ। ਹੁਣ ਆਪਾਂ ਨੈਕਸਟ ਦੇਖਦੇ ਹਾਂ ਜੀ F ਔਰ B ਨੇ ਉਹ ਇੱਕ ਦੂਸਰੇ ਦੇ ਆਪੋਜ਼ਿਟ ਨੇ। ਇਸ ਫਿਗਰ ਦੇ ਵਿੱਚ ਸਾਨੂੰ F ਔਰ B ਇਕੱਠੇ ਦਿਖਾਈ ਦੇ ਰਹੇ ਨੇ, ਇਹ ਵੀ ਸਾਡਾ ਆਨਸਰ ਨਹੀਂ ਹੋਏਗਾ। ਅਗਰ A ਐਲੀਮੀਨੇਟ ਹੋ ਗਿਆ ਦੈਨ A ਆਪਸ਼ਨ ਵੀ ਗਈ, ਆਨਸਰ ਆ ਗਿਆ ਤੁਹਾਡਾ ਇਹ ਵਾਲਾ। ਦਿਸ ਇਜ਼ ਦਾ ਵਨ ਕੰਡੀਸ਼ਨ। ਇਸ ਤਰੀਕੇ ਨਾਲ ਆਪਾਂ ਜਿਹੜਾ ਇਹ ਆਨਸਰ ਲੈ ਕੇ ਕਰ ਸਕਦੇ ਹਾਂ। ਇਹ ਹੋ ਗਈ ਜੀ ਇੱਕ ਚੀਜ਼। ਹੁਣ ਜ਼ਰਾ ਆਪਾਂ ਆਪਣਾ ਇਹ ਵਾਲਾ ਕਨਸੈਪਟ ਉਸ ਨੂੰ ਬਣਾ ਲੈਂਦੇ ਹਾਂ ਬੇਟੇ। ਇੱਥੋਂ ਦੇਖਦੇ ਹਾਂ ਤਾਂ ਮੈਨੂੰ ਪਤਾ ਹੈ A ਦੇ ਆਪੋਜ਼ਿਟ ਕੀ ਆਏਗਾ ਰਾਜੇ, A ਦੇ ਆਪੋਜ਼ਿਟ D ਆ ਜਾਏਗਾ ਜੀ। ਉਸ ਤੋਂ ਬਾਅਦ F ਦੇ ਆਪੋਜ਼ਿਟ ਕੀ ਆਏਗਾ ਬੇਟੇ, F ਦੇ ਆਪੋਜ਼ਿਟ ਜਿਹੜਾ ਉਹ B ਆ ਜਾਏਗਾ ਜੀ। ਦੈਨ ਨੈਕਸਟ ਆ ਜਾਏਗਾ ਤੁਹਾਡਾ E ਦੇ ਆਪੋਜ਼ਿਟ ਜਿਹੜਾ ਉਹ ਕੀ ਆ ਜਾਏਗਾ, E ਦੇ ਆਪੋਜ਼ਿਟ ਬੇਟਾ ਆ ਜਾਏਗਾ ਤੁਹਾਡਾ C। ਇਹ ਚੀਜ਼ ਬਣਾ ਲਈ ਆਪਾਂ ਨੇ, ਰਾਈਟ ਬੇਟੇ। ਥੋੜੀ ਪ੍ਰੈਕਟਿਸ ਕਰੋਗੇ ਫਿਰ ਤੁਹਾਨੂੰ ਇੱਥੋਂ ਹੀ ਜਿਹੜੀਆਂ ਚੀਜ਼ਾਂ ਉਹ ਕਰਨੀ ਸਿੱਧੀ ਜਿਹੜੀ ਉਹ ਹੋ ਜਾਏਗੀ। ਤਾਂ ਹੁਣ ਫਿਰ ਇੱਥੇ ਚੀਜ਼ ਆਪਾਂ ਉਹੀ ਅਪਲਾਈ ਕਰਨੀ ਹੈ ਕਿ ਆਪਾਂ ਦੇਖ ਲਿਆ ਕਿ ਇਹ ਕਾਮਨ ਨੇ ਬੇਟਾ, ਜਿਹੜੇ ਇੱਕ ਦੂਸਰੇ ਦੇ ਆਪੋਜ਼ਿਟ ਨੇ ਉਹ ਕਦੀ ਕਿਸੇ ਵੀ ਫਿਗਰ 'ਚ ਇਕੱਠੇ ਦਿਖਾਈ ਨਹੀਂ ਦੇਣਗੇ। ਤਾਂ ਜਿਹੜੀਆਂ ਫਿਗਰਸ ਦੇ ਵਿੱਚ ਉਹ ਇਕੱਠੇ ਨੇ ਉਹਨਾਂ ਨੂੰ ਕੱਟ ਦਿਓ, ਜੋ ਬਚ ਗਿਆ ਉਹੀ ਤੁਹਾਡਾ ਆਨਸਰ ਹੈ। ਦੇਖੋ F ਦੇ ਨਾਲ ਕੀ ਦਿਖਾਈ ਦੇ ਰਿਹਾ ਹੈ, E, ਕਿ F ਔਰ E ਉਹ ਨੇ ਆਪੋਜ਼ਿਟ ਨਹੀਂ ਹੈ, ਬਿਲਕੁਲ ਠੀਕ ਹੈ। F ਦੇ ਨਾਲ D ਦਿਖਾਈ ਦੇ ਰਿਹਾ ਹੈ ਕਿ F ਔਰ D ਹੈ ਉਹ ਹੈ ਆਪੋਜ਼ਿਟ ਨਹੀਂ ਹੈ। F ਔਰ B ਆਪੋਜ਼ਿਟ ਨੇ ਤਾਂ ਉਹ ਇਹਦੇ ਵਿੱਚ ਦਿਖਾਈ ਸਾਨੂੰ ਨਹੀਂ ਦੇ ਰਿਹਾ, ਇੱਥੇ ਆ ਰਿਹਾ, ਇਹ ਆਨਸਰ ਨਹੀਂ ਹੋਏਗਾ। A ਦੇ ਆਪੋਜ਼ਿਟ D ਹੈ, ਇੱਥੇ ਦੋਨੋਂ ਦਿਖਾਈ ਦੇ ਰਹੇ ਨੇ, ਆਨਸਰ ਨਹੀਂ ਹੋਏਗਾ। E ਦੇ ਆਪੋਜ਼ਿਟ C ਹੈ, ਇੱਥੇ ਦੋਨੋਂ ਦਿਖਾਈ ਦੇ ਰਹੇ ਨੇ, ਆਨਸਰ ਨਹੀਂ ਹੋਏਗਾ। ਤਾਂ ਸਾਡੀ ਜਿਹੜੀ ਆਪਸ਼ਨ ਬਚ ਗਈ ਦੈਟ ਇਜ਼ B। ਇਹ ਬੇਟੇ ਤੁਹਾਡਾ ਆਨਸਰ ਹੋਏਗਾ। ਸਵਾਲ ਹੋ ਗਿਆ ਤੁਹਾਡਾ ਡਨ। ਇਹ ਸੀਗਾ ਤੁਹਾਨੂੰ ਜਦੋਂ ਉਹ ਡਾਈਸ ਦੇ ਵਿੱਚ ਐਗਜ਼ਾਮੀਨਰ ਥੋੜਾ ਜਿਹਾ ਤੁਹਾਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਬਟ ਆਈ ਹੋਪ ਕਿ ਨਾਓ ਯੂ ਗੈਟ ਦਾ ਪੁਆਇੰਟ ਕਿ ਆਨਸਰਸ ਕਿਵੇਂ ਲੈ ਕੇ ਆਣੇ ਨੇ, ਬਿਲਕੁਲ ਠੀਕ ਹੋ ਜਾਣਗੇ। ਹੁਣ ਤੁਹਾਡੇ ਸਵਾਲ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ, ਕੁਐਸਚਨ ਗਲਤ ਨਹੀਂ ਹੋਣਾ ਚਾਹੀਦਾ ਹੁਣ ਰਾਜੇ ਤੁਹਾਡਾ। ਨੈਕਸਟ ਬੇਟਾ ਇਹਦੇ ਵਿੱਚ ਹੋਰ ਦੇਨੇ ਆ ਕਿ ਐਗਜ਼ਾਮੀਨਰ ਨੇ ਅਗਰ ਤੁਹਾਨੂੰ ਥੋੜਾ ਹੋਰ
ਤੰਗ ਕਰਨ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਮੰਨ ਲਓ ਉਹਦੇ ਵਿੱਚ ਹੁਣ ਕੁਐਸਚਨ ਨੂੰ ਥੋੜਾ ਉਹਨੇ ਡਿਫਿਕਲਟ ਕਰੇਗਾ ਤਾਂ ਇਹ ਲਾਸਟ ਲੈਵਲ ਹੈ, ਇਹਦੇ ਤੋਂ ਅੱਗੇ ਜਾ ਕੇ ਐਗਜ਼ਾਮੀਨਰ ਤੁਹਾਨੂੰ ਬੇਟੇ ਹੋਰ ਤੰਗ ਨਹੀਂ ਕਰ ਸਕਦਾ, ਇਹ ਲਾਸਟ ਲੈਵਲ ਹੈ। ਉਸਨੇ ਕੀ ਕੀਤਾ ਇਸ ਲੈਵਲ ਦੇ ਵਿੱਚ, ਉਹਨੇ ਕਹਿ ਦਿੱਤਾ ਜੀ ਕਿ ਮੇਰੇ ਕੋਲ ਇੱਕ ਡਾਈਸ ਹੈ ਜਿਸ ਨੂੰ 1 2 3 4 5 6 ਤੱਕ ਜਿਹੜਾ ਹੈ ਉਹ ਮੈਂ ਨੰਬਰਿੰਗ ਦੇ ਦਿੱਤੀ, ਫਿਰ ਉਸ ਨੂੰ 3 ਟਾਈਮ ਰੋਲ ਕੀਤਾ ਔਰ ਇਹ ਉਹਦੀਆਂ ਡਿਫਰੈਂਟ ਪੋਜੀਸ਼ਨ ਸਾਡੇ ਕੋਲ ਜਿਹੜੀਆਂ ਨੇ ਉਹ ਆ ਗਈਆਂ ਜੀ, ਡਿਫਰੈਂਟ ਪੋਜੀਸ਼ਨ ਆ ਗਈਆਂ, ਓਕੇ ਨੋ ਇਸ਼ੂ। ਹੁਣ ਉਹਨੇ ਕੀ ਕਹਿ ਦਿੱਤਾ ਜੀ ਕਿ ਮੈਂ ਫਿਰ ਉਸ ਕਿਊਬ ਨੂੰ ਖੋਲ ਦਿੱਤਾ ਹੈ, ਅਨਫੋਲਡ ਕਰ ਦਿੱਤਾ ਹੈ, ਤਾਂ ਅਨਫੋਲਡ ਕਰਨ ਤੋਂ ਬਾਅਦ ਕਹਿੰਦਾ ਦੇਖੋ ਆਨਸਰ ਕੀ ਬਣੇਗਾ, A ਆਨਸਰ ਆਏਗਾ, B ਆਨਸਰ ਆਏਗਾ, C ਆਏਗਾ ਜਾਂ D ਆਏਗਾ ਜੀ। ਤਾਂ ਸਭ ਤੋਂ ਪਹਿਲੀ ਚੀਜ਼ ਤਾਂ ਆਪਾਂ ਜਿਹੜੇ ਨੇ ਇੱਕ ਦੂਜੇ ਦੇ ਉਹ ਜਿਹੜੇ ਆਪੋਜ਼ਿਟ ਫੇਸ ਨੇ ਉਹਨਾਂ ਨੂੰ ਫਾਈਂਡ ਆਊਟ ਕਰਨਾ ਹੈ ਬੇਟੇ। ਪਹਿਲਾਂ ਇਸ ਸਵਾਲ ਆਪਾਂ ਇੱਥੋਂ ਸੋਲਵ ਆਊਟ ਕਰਾਂਗੇ। ਪਹਿਲੇ ਦੋ ਫਿਗਰ ਦੇ ਵਿੱਚ ਇਹ ਦੋ ਕਾਮਨ ਮੈਨੂੰ ਦਿਖਾਈ ਦੇ ਰਿਹਾ, ਮੈਂ ਇਹਦੇ ਨਾਲ ਵੀ ਆਨਸਰ ਨੂੰ ਲੈ ਸਕਦਾ ਹਾਂ, ਰਾਈਟ। ਮੈਨੂੰ ਜਿਹੜੀਆਂ ਲਾਸਟ ਵਾਲੀਆਂ ਦੋ ਦੇ ਵਿੱਚ 3 ਕਾਮਨ ਦਿਖਾਈ ਦੇ ਰਿਹਾ ਹੈ, ਮੈਂ ਇਹਨਾਂ ਦੇ ਨਾਲ ਵੀ ਜਿਹੜਾ ਹੈ ਉਹ ਸਵਾਲ ਨੂੰ ਕਰ ਸਕਦਾ ਰਾਜੇ। 3 ਕਾਮਨ ਦਿਖਾਈ ਦੇ ਰਿਹਾ ਦੋਨੋਂ ਫੇਸਿਸ ਦੇ ਵਿੱਚ, ਇੱਥੇ ਵੀ ਔਰ ਇੱਥੇ ਵੀ, ਇਹਨਾਂ ਨਾਲ ਵੀ ਆਪਾਂ ਆਨਸਰ ਜਿਹੜਾ ਹੈ ਉਹ ਕੱਢ ਸਕਦੇ ਹਾਂ। ਔਰ ਮੈਨੂੰ 6 ਦਿਖਾਈ ਦੇ ਰਿਹਾ ਹੈ ਇਸ ਪਹਿਲੀ ਫਿਗਰ ਦੇ ਵਿੱਚ ਔਰ ਇਸ ਫਿਗਰ ਦੇ ਵਿੱਚ, ਆਪਾਂ ਇਹਦੇ ਨਾਲ ਵੀ ਸਵਾਲ ਜਿਹੜਾ ਹੈ ਉਹ ਹੱਲ ਕਰ ਸਕਦੇ ਹਾਂ। ਮਤਲਬ ਸਾਡੇ ਕੋਲ 3 ਤਰੀਕੇ ਨੇ, ਉਹਨਾਂ ਦੇ ਨਾਲ ਆਪਾਂ ਹੱਲ ਕਰ ਸਕਦੇ ਹਾਂ ਕੁਐਸਚਨ ਨੂੰ, ਰਾਈਟ। ਤਾਂ ਅਸੀਂ ਕਿਸੇ ਵੀ ਇੱਕ ਨਾਲ ਲੈ ਲਈਏ, ਚਲੋ ਆਪਾਂ ਲੈ ਲੈਂਦੇ ਹਾਂ ਜੀ ਯੈਸ 6 ਨੂੰ ਪਕੜ ਲਿਆ ਜੀ ਅਸੀਂ, 6 ਦੇ ਨਾਲ ਆਨਸਰ ਜਿਹੜਾ ਉਸ ਨੂੰ ਫਾਈਂਡ ਆਊਟ ਕਰਾਂਗੇ। ਪਹਿਲਾਂ ਇਸ ਫਿਗਰ ਦੇ ਵਿੱਚ 6 ਨੂੰ ਲੈ ਕੇ ਕਲੌਕਵਾਈਜ਼ ਲਿਖਾਂਗੇ ਬੇਟੇ, ਤਾਂ 6 ਦੈਨ ਆ ਜਾਏਗਾ ਮੇਰੇ ਕੋਲ 4, ਦੈਨ ਆ ਜਾਏਗਾ 2, ਲਿਖ ਲਿਆ ਬੇਟੇ ਆਪਾਂ। ਹਾਂਜੀ ਇਹਦੇ ਵਿੱਚ 6 ਦੇ ਨੀਚੇ 6 ਲਿਖ ਲਿਆ, ਦੈਨ 3, ਦੈਨ 5। ਅੱਛਾ 6 ਲਿਖਣ ਦੀ ਜ਼ਰੂਰਤ ਹੀ ਨਹੀਂ ਹੈ ਬਈ, ਆਪਾਂ ਨੂੰ ਪਤਾ ਹੈ ਨਾ ਇਹ ਤਾਂ ਕਾਮਨ ਹੈ, ਤਾਂ ਇੱਥੇ ਕੁਝ ਹੋਰ ਆਏਗਾ ਤਾਂ ਆਪਾਂ ਇਹ 6 ਜਿਹੜਾ ਉਹ ਰਹਿਣ ਦਿੰਦੇ ਹਾਂ, ਅਸੀਂ ਲਿਖਦੇ ਹੀ ਨਹੀਂ ਹੈ ਨਾ, 6 ਵਾਲੇ ਨੂੰ ਖਾਲੀ ਛੱਡ ਦਿੰਦੇ ਹਾਂ, ਰਾਈਟ ਬੇਟੇ। ਇਹ ਖਾਲੀ ਛੱਡ ਦਿੱਤਾ, ਤਾਂ ਜਿਹੜਾ ਇੱਕ ਰਹਿ ਗਿਆ ਉਹਨੂੰ ਸਿੱਧਾ ਇੱਥੇ ਲਿਖੋਗੇ। ਇਹ ਬਣ ਗਿਆ ਜੀ ਸਾਡੇ ਕੋਲ ਆਨਸਰ। ਅਗਰ ਤੁਹਾਡੇ ਕੋਲ ਟਾਈਮ ਹੈ ਵੈਰੀਫਾਈ ਕਰਨਾ ਚਾਹੁੰਦੇ ਹੋ, ਚਲੋ ਆਪਾਂ ਇੱਕ ਵਾਰ ਵੈਰੀਫਾਈ ਵੀ ਕਰ ਲੈਂਦੇ ਹਾਂ। ਗ੍ਰੀਨ ਪੈਨ ਲੈ ਲਈਏ, ਯੈਸ 6 ਨਾਲ ਆਪਾਂ ਕਰ ਲਿਆ ਜੀ। ਹੁਣ ਆਪਾਂ ਕਰਦੇ ਹਾਂ ਬੇਟੇ 2 ਦੇ ਨਾਲ। 2 ਨਾਲ ਇਸ ਜਿਹੜੀ ਪੂਰੀ ਫਿਗਰ ਹੈ ਆਪਣੀ, ਉਹਨੂੰ 2 ਨਾਲ ਆਪਾਂ ਜਿਹੜਾ ਹੈ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਰਾਜੇ। ਯੈਸ ਯੈਸ 2 ਲਿਖ ਲਿਆ ਜੀ। ਪਹਿਲੀ ਫਿਗਰ ਤੋਂ ਆਪਾਂ 2, ਦੈਨ ਸਾਡੇ ਕੋਲ ਆ ਗਿਆ 6, ਦੈਨ ਸਾਡੇ ਕੋਲ ਆ ਗਿਆ ਜੀ 4, ਲਿਖ ਲਿਆ ਜੀ ਬੇਟੇ ਆਪਾਂ ਇਸ ਨੂੰ, ਲਾਈਨ ਲਗਾਈ। ਸੈਕਿੰਡ ਫਿਗਰ ਜਿਹੜੀ ਜਿਹਦੇ ਵਿੱਚ 2 ਦਿਖਾਈ ਦੇ ਰਿਹਾ ਇੱਥੇ ਦੇ ਰਿਹਾ ਜੀ ਸਾਨੂੰ, 2 ਦੇ ਨੀਚੇ ਆਪਾਂ 2 ਨੂੰ ਨਹੀਂ ਲਿਖਾਂਗੇ, ਕਾਮਨ ਹੈ ਕੋਈ ਗੱਲ ਨਹੀਂ, ਛੱਡ ਦਿੱਤਾ। ਦੈਨ ਕਲੌਕਵਾਈਜ਼ ਜਾਵਾਂਗੇ 1, ਦੈਨ ਆ ਗਿਆ ਸਾਡੇ ਕੋਲ 3, ਔਰ ਇੱਕ ਚੀਜ਼ ਜਿਹੜੀ ਮਿਸਿੰਗ ਹੈ ਉਹ ਕੀ ਹੈ ਜੀ 5, ਉਹ ਇੱਥੇ ਲਿਖ ਲਿਆ। ਦੇਖੋ ਬੇਟੇ 2 5 2 5 4 3 4 3 6 1 6 1, ਦੋਨੋਂ ਹੀ ਕੰਡੀਸ਼ਨ ਨਾਲ ਸਾਡਾ ਆਨਸਰ ਜਿਹੜਾ ਉਹ ਬਿਲਕੁਲ ਠੀਕ ਹੋ ਰਿਹਾ ਜੀ। ਹੁਣ ਨੈਕਸਟ ਪੁਆਇੰਟ ਜਿਹੜਾ ਹੈ ਅਗਲਾ ਕੰਮ ਕਰਨਾ ਹੈ। ਅਗਲਾ ਕੰਮ ਆਪਾਂ ਇਹ ਦੇਖਣਾ ਹੈ ਬਈ ਸਾਡਾ ਆਨਸਰ ਉਹਨਾਂ ਦੇ ਵਿੱਚੋਂ ਕਿਹੜਾ ਬਣੇਗਾ। ਚੱਲਦੇ ਹਾਂ ਜੀ ਉਹਨਾਂ ਦੇ ਵੱਲ। ਯੈਸ 2 ਦੇ ਓਪੋਜ਼ਿਟ ਬੇਟਾ ਆ ਰਿਹਾ ਹੈ 3, ਤਾਂ 2 ਦੇ ਓਪੋਜ਼ਿਟ ਕੀ ਚੀਜ਼ ਹੈ ਜੀ 5 ਹੈ, ਖਤਮ। 3 ਦੇ ਓਪੋਜ਼ਿਟ ਆ ਰਿਹਾ ਬੇਟਾ 4, 3 ਦੇ ਓਪੋਜ਼ਿਟ 4 ਹੈ, ਆਪਸ਼ਨ ਕੰਸੀਡਰ ਕਰਾਂਗੇ ਜੀ। 2 ਦੇ ਓਪੋਜ਼ਿਟ 5 ਹੈ, ਆਪਸ਼ਨ ਕੰਸੀਡਰ ਕਰਾਂਗੇ। 2 ਦੇ ਓਪੋਜ਼ਿਟ 4 ਹੈ, ਆਪਸ਼ਨ ਕੰਸੀਡਰ ਨਹੀਂ ਕਰਾਂਗੇ, ਖਤਮ ਹੋ ਗਈ। B ਔਰ C ਦੇ ਵਿੱਚੋਂ ਸਾਡਾ ਆਨਸਰ ਨਿਕਲ ਕੇ ਆਏਗਾ। ਹੁਣ ਸਾਨੂੰ ਥੋੜਾ ਜਿਹਾ ਅੱਗੇ ਵਧਣਾ ਪਏਗਾ, ਤਾਂ ਆਪਾਂ 6 ਓਪੋਜ਼ਿਟ 1 ਵਾਲਾ ਚੈੱਕ ਕਰਦੇ ਹਾਂ ਜੀ। 6 ਓਪੋਜ਼ਿਟ 1 ਹੈ, ਆਪਸ਼ਨ ਨੂੰ ਕੰਸੀਡਰ ਕਰਾਂਗੇ ਬੇਟਾ। 5 ਓਪੋਜ਼ਿਟ 1 ਆ ਰਿਹਾ ਜੀ, 6 ਦੇ ਓਪੋਜ਼ਿਟ 2 ਦਿੱਤਾ ਹੋਇਆ ਬੇਟੇ, ਕੈਂਸਲ ਕਰੋ ਇਸ ਨੂੰ। ਸਾਡਾ ਆਨਸਰ ਕੀ ਆ ਗਿਆ, ਆਨਸਰ ਇਜ਼ C, ਦਿਸ ਇਜ਼ ਆਵਰ ਆਨਸਰ। ਸੋ ਆਈ ਹੋਪ ਕਿ ਤੁਹਾਨੂੰ ਇਹ ਬਿਲਕੁਲ ਕਲੀਅਰ ਹੋ ਗਿਆ ਹੋਵੇਗਾ ਕੁਐਸਚਨ। ਇਹ ਥੋੜਾ ਜਿਹਾ ਟ੍ਰਿਕੀ ਹੈ, ਇਹਦੇ 'ਚ ਟਾਈਮ ਟੇਕਿੰਗ ਹੈ, ਲੇਕਿਨ ਪ੍ਰੈਕਟਿਸ ਕਰ ਲੋਗੇ ਤਾਂ ਬਿਲਕੁਲ ਚੀਜ਼ ਜਿਹੜੀ ਨਹੀਂ ਉਹ ਕ੍ਰਿਸਟਲ ਕਲੀਅਰ ਹੋ ਜਾਣੀ ਹੈ ਰਾਜੇ। ਇੱਕ ਵਾਰ ਜਾਂਦੇ ਜਾਂਦੇ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਦੁਬਾਰਾ ਤੋਂ ਇੱਕ ਵਾਰ ਰਿਮਾਈਂਡ ਕਰਵਾਉਣਾ ਚਾਹਾਂਗਾ ਬੇਟਾ ਕਿ ਪਲੀਜ਼ ਤੁਸੀਂ ਸਾਰੇ ਦੇ ਸਾਰੇ ਜਿਹੜਾ ਹੈ ਸਾਡੇ ਇਸ YouTube ਚੈਨਲ ਨੂੰ ਲਿਮਿਟਲੈਸ ਲਰਨਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਔਰ ਨਾਲ ਦੀ ਨਾਲ ਬੇਟਾ ਆਪਣੇ ਸਾਥੀਆਂ ਨਾਲ ਵੀ ਸ਼ੇਅਰ ਜ਼ਰੂਰ ਕਰੋ, ਰਾਈਟ। ਅਗਰ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਨੂੰ ਵਧੀਆ ਕੰਟੈਂਟ ਮਿਲ ਰਿਹਾ ਹੈ, right, then please subscribe and share our channel. Thank you beta, ਮਿਲਦੇ ਹਾਂ next class ਦੇ ਵਿੱਚ, bye bye।